ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਗੁਰਦੁਆਰਾ ਸਿੱਖ ਸੈਂਟਰ ਐਲਸ ਬ੍ਰਾਂਟੇ ਕੈਲੀਫੋਰਨੀਆ ਸਟੇਟ ਦੇ ਵਿੱਚ। ਸੋ ਜਿੱਥੋਂ ਸੰਗਤਾਂ ਦੂਰ ਦਰਾਡੇ ਤੱਕ ਪਾਵਨ ਪਵਿੱਤਰ ਉਪਦੇਸ਼ ਸ਼ਰਵਣ ਕਰ ਰਹੀਆਂ ਹਨ, ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਹੁਣ ਤੱਕ 41 ਸ਼ਬਦ 29 ਅੰਗ ਦੇ ਅਖੀਰ ਤੱਕ ਹੋ ਚੁੱਕੇ ਨੇ। ਸੋ 42ਵਾਂ ਸ਼ਬਦ 29 ਅੰਗ ਦੇ ਥੱਲਿਓਂ ਸ਼ੁਰੂ ਹੋਣਾ ਹੈ। 30 ਅੰਗ ਵੱਲ ਹੁਣ ਆਪਾਂ ਚਲੇ ਜਾਣਾ ਉੱਪਰ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ। ਇਹ ਸ਼ਬਦ ਦਾ ਪ੍ਰਯੋਜਨ ਹੈ। ਸਤਿਗੁਰੂ ਫਰਮਾਉਂਦੇ ਨੇ ਸ੍ਰੀ ਰਾਗ ਤੀਜੇ ਪਾਤਸ਼ਾਹ, ਘਰ ਹੀ ਸੌਦਾ ਪਾਈਐ ਅੰਤਰ ਸਭ ਵੱਥ ਹੋਏ। ਇਹ ਸਰੀਰ ਦੇ ਅੰਦਰ ਜਿਹੜੀਆਂ ਸਾਰੀਆਂ ਵਸਤੂਆਂ ਪਈਆਂ ਨੇ, ਇਹ ਸਰੀਰ ਦੇ ਅੰਦਰ ਇਸ ਦੇਹੀ ਅੰਤਰ ਪੰਜ ਚੋਰ ਵਸੈ ਵੀ ਹੈ। ਇਸ ਦੇਹੀ ਵਿੱਚ ਔਗਣ ਵੀ ਹਨ, ਗੁਣ ਵੀ ਹਨ। ਇਸ ਦੇਹੀ ਅੰਦਰ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਇਸ ਦੇਹੀ ਅੰਦਰ ਇਹ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਫਿਰ ਸਤਿਗੁਰੂ ਫਰਮਾਉਂਦੇ ਨੇ, ਹਰਮੰਦਰ ਇਹੋ ਸਰੀਰ ਹੈ। ਕਹਿਣ ਤੋਂ ਭਾਵ ਕਿ ਮਨੁੱਖਾ ਦੇਹੀ ਲਈ ਸਤਿਗੁਰਾਂ ਨੇ ਬਹੁਤ ਕੁਝ ਬਚਨ ਕੀਤੇ ਹਨ। ਹੁਣ ਜਿਹੜਾ ਨਾਮ ਰੂਪ ਸੌਦਾ ਉਹ ਵੀ ਸਰੀਰ ਦੇ ਵਿੱਚ ਹੀ ਹੈ। ਘਰ ਦੇ ਵਿੱਚੋਂ ਹੀ ਨਾਮ ਰੂਪ ਸੌਦਾ ਪਾਉਣਾ ਕਰੀਏ। ਸਰੀਰ ਰੂਪ ਘਰ ਦੇ ਵਿੱਚੋਂ ਨਾਮ ਰੂਪ ਸੌਦਾ ਪਾਈਏ ਤਾਂ ਅੰਦਰੋਂ ਹੀ ਸਾਰੀਆਂ ਵਸਤੂਆਂ, ਗੁਣ, ਰਿੱਧ ਸਿੱਧ ਨਿੱਧ, ਸਾਰੇ ਖਜ਼ਾਨੇ ਅਤੇ ਵਸਤੂਆਂ ਦਾ ਮਾਲਕ ਵਾਹਿਗੁਰੂ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਇਸ ਦੇਹੀ ਦੇ ਅੰਦਰ ਖਜ਼ਾਨਾ ਖੋਲ੍ਹਣਾ ਪੈਂਦਾ। ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੇ ਆਪਣਾ ਖਜ਼ਾਨਾ ਰੱਖ ਦਿੱਤਾ। ਇੱਕ ਖਜ਼ਾਨਾ ਪਰਮਾਤਮਾ ਦਾ ਹੈ ਜੋ ਸਰੀਰ ਦੇ ਅੰਦਰ ਹੈ। ਇੱਕ ਬਾਹਰ ਸੰਸਾਰੀ ਖਜ਼ਾਨੇ ਹਨ ਜੋ ਮਾਇਆ ਦੇ ਹਨ। ਅੰਦਰਲੇ ਖਜ਼ਾਨੇ ਨੂੰ ਮਨੁੱਖ ਖੋਲ੍ਹਦਾ ਨਹੀਂ। ਮਹਾਰਾਜ ਕਹਿੰਦੇ ਨੇ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਅੰਦਰਲਾ ਖਜ਼ਾਨਾ ਅਖੁੱਟ ਹੈ, ਬਾਹਰਲਾ ਖਜ਼ਾਨਾ ਮੁੱਕ ਜਾਣ ਵਾਲਾ ਹੈ। ਪਰ ਇਹਦੀ ਪ੍ਰਾਪਤੀ ਜਿਹੜੀ ਹੈ ਅੰਦਰਲੇ ਖਜ਼ਾਨੇ ਦੀ, ਉਹ ਕਿਵੇਂ ਹੋਵੇ ਜੀ? ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਫਰਮਾਉਂਦੇ ਨੇ ਬਚਨ, ਖੇਨ ਖੇਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਇ। ਕੋਈ ਵਿਰਲਾ ਹੀ ਗੁਰਮੁਖ ਪਾਉਂਦਾ ਹੈ। ਇਸ ਗੱਲ ਦਾ ਕਿ ਖੇਨ ਖੇਨ ਸਮੇਂ ਵਿੱਚ ਨਾਮ ਦਾ ਚਿਤਾਰਨਾ, ਬਾਰ-ਬਾਰ ਨਾਮ ਦਾ ਚਿਤਾਰਨਾ, ਨਾਮ ਵੱਲ ਧਿਆਨ ਦੇਣਾ, ਨਾਮ ਜਪਣਾ, ਸਮਾਂ ਬੇਕਾਰ ਨਾ ਗਵਾਉਣਾ, ਸੁਰਤੀ ਪਰਮਾਤਮਾ ਵੱਲ ਲਾਈ ਰੱਖਣੀ ਹਰ ਵਕਤ। ਨਾਮ ਨਿਧਾਨ ਅਖੁੱਟ ਹੈ, ਵਡਭਾਗ ਪ੍ਰਾਪਤ ਹੋਏ। ਹੁਣ ਜਿਹੜਾ ਵਾਹਿਗੁਰੂ ਦਾ ਨਾਮ ਖਜ਼ਾਨਾ ਹੈ, ਇਹ ਅਖੁੱਟ ਖਜ਼ਾਨਾ ਹੈ। ਪਰ ਸਤਿਗੁਰੂ ਕਹਿੰਦੇ ਨੇ, ਇਹ ਬਹੁਤ ਵੱਡੇ ਭਾਗ ਹੋਣ ਤਾਂ ਇਹ ਕਿਸੇ ਵਡਭਾਗੀਆਂ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ। ਜਦੋਂ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੁੰਦਾ। ਸਤਿਗੁਰੂ ਜੀ ਦੀ ਕਿਰਪਾ ਹੈ, ਆਪਣੇ ਹਿਰਦੇ ਅੰਦਰ ਪਹਿਲਾਂ ਹੀ ਇਹ ਖਜ਼ਾਨਾ ਜਮ੍ਹਾਂ ਪਿਆ। ਬਸ ਗੁਰਾਂ ਨੇ ਕਿਰਪਾ ਕਰਨੀ ਹੈ, ਅੰਦਰ ਹਉਮੈ ਵਾਲੀ ਕੰਧ ਨੂੰ ਤੋੜ ਕੇ, ਉਹ ਪਰਦੇ ਨੂੰ ਤੋੜ ਕੇ ਅੰਦਰ ਪ੍ਰਕਾਸ਼ ਦਿਖਾਉਣਾ। ਜਦੋਂ ਸਾਡਾ ਉਸ ਪ੍ਰਕਾਸ਼ ਨਾਲ ਸੁਰਤ ਜੁੜ ਗਈ, ਪ੍ਰਕਾਸ਼ ਹੀ ਸ਼ਬਦ ਹੈ, ਪ੍ਰਕਾਸ਼ ਹੀ ਬ੍ਰਹਮ ਹੈ, ਪ੍ਰਕਾਸ਼ ਹੀ ਸਤਿਗੁਰੂ ਹੈ। ਕਿਉਂਕਿ ਪ੍ਰਕਾਸ਼ ਵਿੱਚ ਹੀ ਸਾਰਾ ਕੁਝ। ਉਹ ਕੋਈ ਐਸਾ ਪ੍ਰਕਾਸ਼ ਨਹੀਂ ਜਿਵੇਂ ਸੂਰਜ ਦਾ, ਚੰਦਰਮਾ ਦਾ, ਤਾਰਿਆਂ ਦਾ, ਬਿਜਲੀ ਦਾ, ਬਲਬਾਂ ਦਾ, ਟਿਊਬਾਂ ਦਾ। ਉਹ ਤਾਂ ਐਸਾ ਪ੍ਰਕਾਸ਼ ਹੈ ਕਿ ਜਦੋਂ ਦਿਖਦਾ ਹੈ
ਤਾਂ ਜੀਵ ਨੂੰ ਠੰਡ ਪੈ ਜਾਂਦੀ, ਸ਼ਾਂਤੀ ਆ ਜਾਂਦੀ ਹੈ, ਇਕਾਗਰਤਾ ਹੋ ਜਾਂਦੀ ਹੈ। ਉਹ ਐਸਾ ਪ੍ਰਕਾਸ਼ ਜਿਹਦੀ ਇੱਕ ਝਲਕ ਹੀ ਕਾਫੀ ਹੈ। ਉਹ ਪ੍ਰਕਾਸ਼ ਹਰੇਕ ਜੀਵ ਦੇ ਅੰਦਰ ਹੈ, ਬਾਹਰ ਹੈ, ਪਰ ਜੀਵ ਇਸ ਪ੍ਰਕਾਸ਼ ਲਈ ਮਿਹਨਤ ਨਹੀਂ ਕਰਦਾ, ਬੇਅਰਥ ਮਿਹਨਤ ਕਰਦਾ, ਫਾਲਤੂ ਦੀ ਦੌੜਿਆ ਫਿਰਦਾ। ਜੇ ਉਸ ਲਈ ਮਿਹਨਤ ਕਰੇ, ਮਹਾਰਾਜ ਕਹਿੰਦੇ ਨੇ, ਫੇਰ ਇਸ ਨੂੰ ਨਾਮ ਨਿਧਾਨ ਅਖੁੱਟ ਹੈ, ਵਡਭਾਗ ਪ੍ਰਾਪਤ ਹੋਏ। ਇਹ ਤਾਂ ਪ੍ਰਾਪਤ ਹੁੰਦਾ, ਪਰ ਇਹਦੇ ਲਈ ਕੁਝ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ, ਕੁਝ ਗ੍ਰਹਿਣ ਕਰਨੀਆਂ ਪੈਂਦੀਆਂ ਨੇ। ਜਿਨ੍ਹਾਂ ਨੇ ਇਹ ਨਾਮ ਧਨ ਨੂੰ ਪ੍ਰਾਪਤ ਕਰਨਾ ਹੈ, ਉਹਨਾਂ ਨੂੰ ਇਹ ਚੀਜ਼ਾਂ ਛੱਡਣੀਆਂ ਪੈਣੀਆਂ। ਮੇਰੇ ਮਨ ਤਾਜ ਨਿੰਦਾ ਹਉਮੈ ਅਹੰਕਾਰ। ਮਹਾਰਾਜ ਕਹਿੰਦੇ, ਮੇਰੇ ਮਨ, ਮੇਰੇ ਭਾਈ ਗੁਰਮੁਖਾ, ਇਹ ਜਿਹੜੇ ਆ ਨਾ ਪਰਾਈ ਨਿੰਦਿਆ, ਇੱਕ ਤਾਂ ਇਹ ਛੱਡਣੀ ਪੈਣੀ ਹੈ ਜੇ ਨਾਮਦਾਨ ਲੈਣਾ। ਬਿਲਕੁਲ ਵੀ ਨਾ ਕਰੇ, ਕਦੇ ਵੀ ਨਾ ਨਿੰਦਾ ਕਰੇ, ਲੋੜ ਹੀ ਨਹੀਂ ਹੁੰਦੀ। ਐਵੇਂ ਇਹ ਫਾਲਤੂ ਦੀਆਂ ਗੱਲਾਂ ਵਿੱਚ ਲੋਕ ਫਸੇ ਹੋਏ ਨੇ। ਜੋ ਕਥਾ ਸੁਣਦੇ ਨੇ ਉਹ ਹੀ ਧਿਆਨ ਦਿਓ। ਆਪਾਂ ਨੇ ਕਿਸੇ ਤੋਂ ਕੀ ਲੈਣਾ? ਨਿੰਦਿਆ ਦੇ ਵਿੱਚ ਸ਼ਾਮਲ ਨਹੀਂ ਹੋਣਾ ਕਦੇ ਵੀ, ਕਿਉਂਕਿ ਨਿੰਦਕ ਦਾ ਜੀਵਨ ਸਤਿਗੁਰੂ ਕਹਿੰਦੇ ਇੱਕ ਕਾਂ ਵਰਗਾ ਹੁੰਦਾ। ਕਹਿੰਦੇ ਜੇ ਕਾਂ ਨੂੰ ਆਦਤ ਹੁੰਦੀ ਗੋਹਾ ਖਾਣ ਦੀ, ਗੰਦਗੀ ਖਾਣ ਦੀ, ਉਹ ਕਹਿੰਦੇ ਬਹੁਤ ਖੁਸ਼ ਹੁੰਦਾ ਗੰਦਗੀ ਖਾ ਕੇ। ਇਸੇ ਤਰ੍ਹਾਂ ਮਨਮੁਖ ਨੂੰ ਨਿੰਦਾ ਕਰਕੇ ਗੰਦਗੀ ਖਾਣ ਦੀ ਆਦਤ ਹੁੰਦੀ। ਉਹਨੇ ਕਿਹੜਾ ਨਾਮ ਜਪਣਾ? ਜਿਹਨੇ ਨਿੰਦਾ ਕਰਨੀ ਹੈ ਉਹ 2-2 ਘੰਟੇ, 4, 6, 8 ਘੰਟਿਆਂ ਤੱਕ ਵੀ ਨਿੰਦਾ ਕਰ ਸਕਦਾ, ਸਮਰੱਥਾ ਹੈ ਉਹਦੀ, ਪਰ ਉਹ ਨਾਮ 1 ਮਿੰਟ ਵੀ ਨਹੀਂ ਜਪ ਸਕਦਾ। ਇਸ ਕਰਕੇ ਨਿੰਦਕਾਂ ਤੋਂ ਸੁਚੇਤ ਰਹੀਏ, ਕਿਉਂਕਿ ਫਿਰ ਨਾਮਦਾਨ ਵਿੱਚ ਰੁਕਾਵਟ ਆਉਂਦੀ। ਮਾੜਾ ਨਹੀਂ ਕਹਿਣਾ ਕਦੇ ਵੀ ਕਿਸੇ ਨੂੰ। ਹੁਣ ਭਗਤ ਕਬੀਰ ਜੀ ਨੂੰ ਕਹਿੰਦੇ ਉਹ ਫਲਾਨਾ ਐਂ ਕਰਦਾ, ਫਲਾਨਾ ਐਂ ਕਰਦਾ। ਨਿੰਦਕ ਜੇ ਕੁਛ ਕਬੀਰ ਜੀ ਕੋਲ ਸੰਗਤ ਵਿੱਚ ਵੀ 2-4 ਬੰਦੇ ਆ ਗਏ, ਜੀ ਉਹ ਫਲਾਨਾ ਤਾਂ ਐਂ ਕਰਦਾ ਜੀ। ਕਬੀਰ ਜੀ ਦਾ ਇੱਕ ਗੁਰਬਾਣੀ ਤੋਂ ਬਾਹਰ ਵੀ ਸ਼ਲੋਕ ਹੈ, ਕਿਉਂਕਿ ਕਬੀਰ ਜੀ ਦੀ ਪੋਥੀ ਕਾਫੀ ਵੱਡੀ ਸ਼ਲੋਕਾਂ ਦੀ ਹੋਰ ਵੀ ਹੈਗੀ ਹੈ, ਜੋ ਮਹਾਰਾਜ ਨੇ ਜਿੰਨੇ ਪ੍ਰਵਾਨ ਕੀਤੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਕਬੀਰ ਜੀ ਕਹਿੰਦੇ, ਕਬੀਰਾ ਤੇਰੀ ਝੋਂਪੜੀ ਗਲ ਕੱਟੀਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ ਉਦਾਸ। ਕਹਿੰਦੇ ਤੂੰ ਐਵੇਂ ਔਖਾ ਹੋਈ ਜਾਂਦਾ, ਖਿਝੀ ਜਾਂਦਾ, ਤੈਨੂੰ ਰਾਮ ਰਾਮ ਨਹੀਂ ਜਪ ਹੁੰਦਾ ਤੈਥੋਂ। ਪਰਮੇਸ਼ਰ ਦੀਆਂ ਅੱਖਾਂ ਨਹੀਂ, ਉਹ ਨਹੀਂ ਦੇਖਦਾ। ਜੇ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਹੈ, ਕੋਈ ਗਲਤੀ ਕੀਤੀ ਹੈ, ਉਹਦੀ ਸਜ਼ਾ ਤਾਂ ਪਰਮੇਸ਼ਰ ਨੇ ਦੇਣੀ ਹੈ, ਨਾ ਕਿ ਆਪਾਂ ਦੇਣੀ ਹੈ। ਆਪਾਂ ਨਾ ਤਾਂ ਉਹਨੂੰ ਬਣਾਉਣ ਵਾਲੇ ਬੰਦੇ ਨੂੰ, ਨਾ ਉਹਨੂੰ ਸਜ਼ਾ ਦੇਣ ਵਾਲੇ ਹੈ, ਨਾ ਕੋਈ ਹੋਰ, ਨਾ ਕੋਈ ਹੋਰ। ਐਵੇਂ ਹੀ ਖਾਮ-ਖਾਂ ਨਿੰਦਾ ਕਰਕੇ ਅਗਲੇ ਦੀ ਗੰਦਗੀ ਉਠਾਓ। ਇਸ ਕਰਕੇ ਜਿਹੜਾ ਵੀ ਮਾਈ ਭਾਈ ਗੁਰਬਾਣੀ ਦੀ ਕਥਾ ਸੁਣ ਰਿਹਾ ਜਾਂ ਸੁਣੇਗਾ, ਕਦੇ ਵੀ ਉਹ ਜੇ ਨਾਮਦਾਨ ਮੰਗਦਾ ਹੈ ਤਾਂ ਕਦੇ ਨਾ ਨਿੰਦਾ ਕਰੋ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਕਿਉਂਕਿ ਨਿੰਦਾ ਕਰਨ ਵਾਲਾ ਬੰਦਾ ਮਨਮੁਖ ਹੈ, ਮੁਗਧ ਹੈ, ਮਹਾਮੂਰਖ ਹੈ। ਨਿੰਦਾ ਦਾ ਤਿਆਗ ਕਰਨਾ। ਫਿਰ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਹਉਮੈ ਦਾ ਤਿਆਗ ਕਰਨਾ ਹੈ। ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਜਾਤੀ ਦਾ ਹੰਕਾਰ। ਤੀਜਾ ਨਿੰਦਾ, ਹਉਮੈ, ਅਹੰਕਾਰ, ਇਹਨਾਂ ਸਾਰੀਆਂ ਚੀਜ਼ਾਂ ਦਾ ਤਿਆਗ ਕਰਨਾ। ਦੇਹੀ ਦਾ ਹੰਕਾਰ ਹੁੰਦਾ, ਪੈਸਿਆਂ ਦਾ ਹੰਕਾਰ ਹੈ, ਪਦਾਰਥਾਂ ਦੀ ਮਮਤਾ ਹੈ, ਹੋਰ ਕਈ ਪ੍ਰਕਾਰ ਦੀ ਮਮਤਾ, ਜਾਤੀ ਮੇਰੀ ਉੱਚੀ ਕੁਲ ਹੈ। ਹਰ ਜੀਉ ਸਦਾ ਧਿਆਏ ਤੂੰ, ਗੁਰਮੁਖ ਏਕ ਓੰਕਾਰ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਸਦਾ ਹੀ ਸਦਾ ਜਪ। ਤੂੰ ਸਤਿਗੁਰੂ ਜੀ ਦੇ ਦੁਆਰਾ ਕੋਲ ਬੈਠ ਕੇ ਜੋ ਏਕ ਓੰਕਾਰ ਹੈ, ਇੱਕ ਓੰਕਾਰ ਰੂਪ ਵਾਹਿਗੁਰੂ ਦੇ ਨਾਮ ਨੂੰ ਸਦਾ ਯਾਦ ਕਰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਐਸਾ ਪਰਮੇਸ਼ਰ ਯਾਦ ਕਰ, ਇੱਕ ਓੰਕਾਰ ਸਤਿਨਾਮ ਦਾ ਅਭਿਆਸ ਕਰ। ਨਿੰਦਾ, ਹਉਮੈ, ਹੰਕਾਰ ਤਿਆਗ,
फिर नामदान मिल सकता है। रहाओ विश्राम दे के कहते ने, गुरमुखां के मुख उजले गुर शब्दी विचार। क्योंकि गुरु साहब के शब्द की जिहड़ी विचार द्वारा गुरमुखां दे मुख उजले हुंदे ने लोक अते परलोक दे विच। हलत पलत मुख उजल होई है, नित ध्याई है हर पुरख निरंजना। सतगुरु अमरदास महाराज भी कहते हैं, हलत पलत सुख पाएंदे जप जप हृदय मुरार। वो हिरदे विच मुरारी दे नाम नूं मुर दैंत होया। एक आरी नाम हुंदा कट्टण दा, मुर दैंत नूं कट्टण वाले भाव मारन वाले दा ये परमेश्वर दा ही नाम पै गया मुरारी। हलत पलत सुख पाएंदे जप जप हृदय मुरार, मुर आर। ये हिरदे च मुरारी परमात्मा दे नाम नूं जप जप के हलत पलत लोक परलोक विच सुख नूं पाउंदे ने। ऐसे घर ही विच महल पाया गुर शब्दी विचार। गुरमुखां ने गुर शब्द दी विचार द्वारा ही अपने अंतस्करण घर दे विच अंदर ही प्राप्त कर लिया अपने स्वरूप नूं। वो स्वरूप केड़ा? कहने मन तू जोत स्वरूप है अपना मूल पछाण। अपने अंदरले मूल नूं पछाणना कर मन। मैं की हाँ, मेरी ताकत की है। अपनी असली पावर नूं मनुख ने पछाणिया नहीं। जे वो पावर अंदर प्रगट हो जाती है फिर सारा कुछ ही ठीक हो जाता है। सतगुर ते जो मोह फेर है मथे तिन काले। ਜਿਹੜੇ ਲੋਕ ਆਪਣੇ ਸਤਿਗੁਰਾਂ ਤੋਂ ਮੂੰਹ ਫੇਰ ਲੈਂਦੇ ਨੇ ਮਨਮੁਖ ਲੋਕ, ਪਰੇ ਨੂੰ ਮੂੰਹ ਕਰ ਲਿਆ, ਉਹਨਾਂ ਦੇ ਮੱਥੇ ਜਾਂ ਸਿੱਧਾ ਕਹਿ ਲਓ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਮਿਲ ਜਾਂਦੀ, ਕਾਲਖ ਹੋ ਜਾਂਦੀ ਹੈ। ਗੁਰਾਂ ਤੋਂ ਬੇਮੁਖ ਹੋ ਗਿਆ ਉਹ ਜੀਵ। ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਉਹ ਕਾਲਖ ਪ੍ਰਤੱਖ। ਪਹਿਲਾਂ ਕਹਿੰਦੇ ਸੀ ਕਿ ਨਾਮ ਜਪਣ ਵਾਲੇ ਦਾ ਮੁਖ ਉਜਲਾ ਹੋਇਆ ਪਰਲੋਕ ਵਿੱਚ। ਹੁਣ ਕਹਿੰਦੇ ਨੇ ਜਿਹੜੇ ਬੇਮੁਖ ਨੇ ਉਹਨਾਂ ਦਾ ਮੱਥਾ ਮੂੰਹ ਸਭ ਕੁਛ ਕਾਲਾ। ਆਮਦਨ ਦੁੱਖ ਕਮਾਵਦੇ ਨਿਤ ਜੋ ਹੈ ਜਮ ਜਾਲੇ। ਉਹ ਰਾਤ ਦਿਨ ਦੁੱਖਦਾਇਕ ਕਰਮਾਂ ਨੂੰ ਕਰੀ ਜਾਂਦੇ ਨੇ ਫਿਰ ਉਹਨਾਂ ਨੂੰ ਦੁੱਖ ਹੀ ਮਿਲਦੇ ਨੇ, ਕਿਉਂਕਿ ਦੁੱਖਾਂ ਦਾ ਬੀਜ ਬੀਜਿਆ। ਨਿਤ ਜੋਹੇ ਜਮ ਜਾਲੇ। ਜਿਹੜੇ ਜਮਦੂਤ ਨੇ ਉਹ ਆਪਣਾ ਜਾਲਾ ਹੁੰਦਾ, ਭਾਵ ਜਾਲਾ, ਜਾਲੀ ਤੇ ਜਾਲਾ। ਜਾਲ ਵੱਡਾ ਸਾਰਾ ਫਾਹਾ, ਉਹ ਜਾਲ ਲੈ ਕੇ ਉਹਨਾਂ ਨੂੰ ਹਮੇਸ਼ਾ ਹੀ ਜੋਹੇ ਤੋਂ ਭਾਵ ਤੱਕਦੇ ਰਹਿੰਦੇ ਨੇ। ਜਿਵੇਂ ਮੱਛੀਆਂ ਨੂੰ ਫੜਨ ਵਾਲਾ ਸ਼ਿਕਾਰੀ ਤੱਕਦਾ ਰਹਿੰਦਾ ਮੱਛੀਆਂ ਨੂੰ ਤੇ ਜਾਲ ਲਾ ਲੈਂਦਾ ਆਪਣਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਾਲ ਲਾ ਕੇ ਜਮਦੂਤ ਹਰ ਵਕਤ ਬੈਠਾ ਹੀ ਰਹਿੰਦਾ ਹੈ ਅਤੇ ਜੀਵ ਨੂੰ ਪਕੜਨ ਦੀ ਤਾਕ ਵਿੱਚ ਹੀ ਰਹਿੰਦਾ ਹੈ। ਸੁਪਨਾ ਸੁੱਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ। ਹੁਣ ਮਨਮੁਖ ਜਿਹੜੇ ਬੰਦੇ ਨੇ ਪ੍ਰਤੱਖ ਵੀ ਸੁੱਖ ਨਹੀਂ ਮਿਲਦਾ, ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ। ਇੱਕ ਸੁਪਨਾ ਕੀ ਹੈ? ਸੰਸਾਰ। ਸੰਸਾਰ ਦੇ ਵਿੱਚ ਉਹਨਾਂ ਨੂੰ ਸੁਪਨੇ ਮਾਤਰ ਵੀ ਸੁੱਖ ਨਹੀਂ ਮਿਲਦਾ ਹੈ। ਚਿੰਤਾ ਰੂਪੀ ਜਿਹੜੀ ਹੈ ਨਾ, ਪਰ ਜਾਲੇ ਤੋਂ ਭਾਵ ਬਹੁਤ ਵੱਡੀ ਜਿਹੜੀ ਅੱਗ ਹੈ, ਬਹੁਤ ਚਿੰਤਾ ਦੀ ਅੱਗ ਦੇ ਵਿੱਚ ਪਰ ਵਿਸ਼ੇਸ਼ ਕਰਕੇ ਉਹ ਜਾਲੇ ਚੰਗੀ ਤਰ੍ਹਾਂ ਸੜਦੇ ਫਿਰਦੇ ਰਹਿੰਦੇ ਨੇ। ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ। ਹੁਣ ਸਾਰਿਆਂ ਦਾ ਦਾਤਾ ਤਾਂ ਇੱਕ ਪ੍ਰਮਾਤਮਾ ਹੀ ਹੈ, ਫਿਰ ਉਹ ਆਪੇ ਹੀ ਕਿਰਪਾ ਕਰਦਾ, ਬਖਸ਼ਿਸ਼ ਕਰਦਾ। ਜੇ ਮਨਮੁਖ ਦੇ ਉੱਤੇ ਮਿਹਰ ਕਰ ਦੇਵੇ ਉਹਦਾ ਮਨ ਵੀ ਸਿੱਧਾ ਕਰ ਦਿੰਦਾ, ਉਹ ਵੀ ਬਖਸ਼ਿਆ ਜਾਂਦਾ। ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ। ਸਾਡੇ ਕੋਲ ਤਾਂ ਕੁਛ ਕਿਹਾ ਹੀ ਨਹੀਂ ਜਾਂਦਾ, ਉਹਦੀ ਕਿਰਪਾ ਦਾ ਸਾਧਨ ਕੁਛ ਕਿਹਾ ਹੀ ਨਹੀਂ ਜਾਂਦਾ। ਜਿਹਨੂੰ ਚਾਹੁੰਦਾ ਉਸੇ ਨੂੰ ਕਿਰਪਾ ਦੀ ਦਾਤ ਦੇ ਦਿੰਦਾ। ਆਪਾਂ ਨਹੀਂ ਕਹਿ ਸਕਦੇ ਕਿ ਇਹਨੂੰ ਕਿਉਂ ਦਿੱਤੀ, ਇਹ ਬੰਦਾ ਤਾਂ ਥੋੜੀ ਨਿੰਦਾ ਕਰਦਾ ਸੀ, ਆਹ ਬੰਦਾ ਤਾਂ ਆਹ ਕਰਦਾ ਸੀ। ਜਿਹਨੂੰ ਆਪਾਂ ਸੋਚਦੇ ਹਾਂ ਕਿ ਆਹ ਇਹਨੂੰ ਹੋਣੀ ਚਾਹੀਦੀ ਕਿਰਪਾ, ਕਈ ਵਾਰ ਉਹ ਤੇ ਨਹੀਂ ਹੁੰਦੀ। ਜਿਹਨੂੰ ਕਹਿੰਦੇ ਇਹ ਤੇ ਨਹੀਂ ਹੋਣੀ, ਉਹਦੇ ਉੱਤੇ ਉਹ ਕਰ ਦਿੰਦਾ। ਇਹ ਉਹਦੀ ਮਰਜ਼ੀ ਹੈ। ਸਤਿਗੁਰੂ ਕਹਿੰਦੇ ਨੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ। ਕਹਿੰਦੇ ਸਾਡੇ ਪਾਸੋਂ ਵੀ ਕੁਝ ਕਿਹਾ ਨਹੀਂ ਜਾਂਦਾ ਵੀ ਉਹ ਕਿਰਪਾ ਦਾ ਸਾਧਨ ਜਿਹੜਾ ਕਿਵੇਂ ਕਰਦਾ, ਉਹ ਸਾਧਨ ਬਣਾ ਦਿੰਦਾ, ਉਹ ਜਿਹਤੇ ਚਾਹੁੰਦਾ ਕਿਰਪਾ ਕਰ ਦਿੰਦਾ। ਉਹਦੀ ਮਰਜ਼ੀ ਹੈ, ਆਪਾਂ ਉਹਦੇ ਤੇ ਕੋਈ ਥੋਪ ਨਹੀਂ ਸਕਦੇ ਕੋਈ ਗੱਲ ਵੀ ਆਹ ਨਹੀਂ ਸੀ ਕਰਨਾ, ਆਹ ਨਹੀਂ ਸੀ ਕਰਨਾ ਚਾਹੀਦਾ ਰੱਬ ਨੂੰ, ਰੱਬ ਨੇ ਆਹ ਨਹੀਂ ਕੀਤਾ। ਇਹ ਸੰਸਾਰ ਦੀਆਂ
ਐਵੇਂ ਗੱਲਾਂ ਬਣਾਈਆਂ ਹੋਈਆਂ। ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਕਹਿੰਦੇ ਇਹ ਗੱਲ ਆਪਾਂ ਗੁਰੂ ਸਾਹਿਬ ਦੇ ਰਾਹੀਂ ਗੁਰਮੁਖ ਬਣ ਕੇ ਫਿਰ ਇਸ ਗੱਲ ਨੂੰ ਜਾਣ ਸਕਦੇ ਹਾਂ, ਕਿਉਂਕਿ ਗੁਰਾਂ ਦੁਆਰੇ ਗੁਰਮੁਖ ਬਣ ਕੇ ਨਾਮ ਪਾਈਏ ਤਾਂ ਆਪ ਹੀ ਉਹਦੇ ਆਨੰਦ ਨੂੰ ਜਾਣ ਲੈਂਦਾ ਜੀਵ। ਉਹਨੂੰ ਹੀ ਪਤਾ ਲੱਗਦਾ ਕਿ ਇਹ ਕੀ ਬਖਸ਼ਿਸ਼ ਹੁੰਦੀ ਹੈ, ਕਿਵੇਂ ਹੁੰਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ। ਸੱਚੇ ਮਾਲਕ ਦੀ ਸੇਵਾ ਕਰੀਏ ਨਾ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਤਾਂ ਉਹ ਸੱਚੀ ਵਡਿਆਈ ਦੇ ਦਿੰਦਾ ਜੀਵ ਨੂੰ, ਨਾਮ ਦੀ। ਉਹ ਵਡਿਆਈ ਸੱਚੀ ਜਿਹੜੀ ਕਦੇ ਨਹੀਂ ਮਿਟ ਸਕਦੀ। ਧਰੂ ਪ੍ਰਹਿਲਾਦ ਦੀ ਜਿਵੇਂ ਵਡਿਆਈ ਮਿਟੀ ਨਹੀਂ ਹੈ, ਔਰ ਰਹਿਣੀ ਵੀ ਇਸ ਤਰ੍ਹਾਂ ਹੀ ਹੈ। ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਹੁਣ ਗੁਰਾਂ ਦੀ ਕਿਰਪਾ ਦੁਆਰਾ ਜਿਹੜੀ ਹੈ ਨਾ ਹੰਗਤਾ ਮਮਤਾ ਨੂੰ ਦੂਰ ਕਰਕੇ ਪਰਮਾਤਮਾ ਆਪ ਹੀ ਉਦਮ ਕਰਵਾ ਲੈਂਦਾ। ਹੰਗਤਾ ਮਮਤਾ ਨੂੰ ਦੂਰ ਕਰਦਾ ਹੈ ਆਪ ਹੀ। ਕਹਿਣ ਨੂੰ ਕਹੇ ਜੀਵ ਕਿ ਮੈਂ ਦੂਰ ਕੀਤੀ ਹੈ, ਨਹੀਂ, ਆਪਣੇ ਤੋਂ ਦੂਰ ਨਹੀਂ ਹੋਣ ਵਾਲੀਆਂ ਚੀਜ਼ਾਂ। ਵੱਡੇ ਵੱਡੇ ਜਦੋਂ ਪਹਾੜ ਡਿੱਗ ਕੇ ਰਸਤਾ ਬੰਦ ਹੋ ਜਾਂਦਾ ਹੈ, ਉੱਥੇ ਤਾਂ ਕਰੇਨਾਂ ਹੀ ਆਉਂਦੀਆਂ, ਵੱਡੀਆਂ ਵੱਡੀਆਂ ਮਸ਼ੀਨਾਂ ਆਉਂਦੀਆਂ ਜਿਹੜੀਆਂ ਉਹ ਬੜੇ ਬੜੇ ਪੱਥਰਾਂ ਨੂੰ ਪਾਸੇ ਕਰਦੀਆਂ ਨੇ। ਜੇ ਉੱਥੇ ਮਨੁੱਖ ਕਹੇ ਕਿ ਅਸੀਂ ਸੜਕ ਸਾਫ਼ ਕਰ ਦਿੱਤੀ, ਨਹੀਂ, ਅਸੀਂ ਕਰੇਨ ਦੁਆਰਾ ਸੜਕ ਸਾਫ਼ ਕੀਤੀ। ਮਨੁੱਖ ਆਪਣੀ ਹਉਮੈ ਨੂੰ ਪਹਿਲਾਂ ਲੈ ਆਉਂਦਾ ਅੱਗੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਹਉਮੈ ਹੰਕਾਰ ਦੇ ਵੱਡੇ ਵੱਡੇ ਪਹਾੜ ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਹੰਗਤਾ ਮਮਤਾ ਨੂੰ ਗੁਰਾਂ ਦੁਆਰਾ, ਗੁਰ ਕਿਰਪਾ ਦੁਆਰਾ ਹੀ ਦੂਰ ਕਰੀ ਜਾ ਸਕਦਾ। ਫਿਰ ਉਹ ਮਨ ਦੇ ਅੰਦਰ ਵਸ ਜਾਂਦਾ ਪਰਮਾਤਮਾ। ਇਹ ਮਨ ਟਿਕਿਆ ਨਹੀਂ ਰਹਿੰਦਾ, ਟਿਕ ਨਹੀਂ ਸਕਦਾ। ਕਿਵੇਂ ਟਿਕੇ? ਇਹ ਭੱਜੇ ਹੀ ਫਿਰਦਾ ਹਰ ਵਕਤ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੁਗਤੀਆਂ ਦੇ ਮਾਲਕ ਇਸ ਤਰ੍ਹਾਂ ਬਚਨ ਕਰਕੇ ਫਰਮਾਉਂਦੇ ਨੇ, ਇਹੋ ਮਨ ਧਾਵਤ ਤਾਂ ਰਹਿ ਜਾਂ ਆਪੇ ਨਦਰ ਕਰੇ। ਮਹਾਰਾਜ ਕਹਿੰਦੇ ਇਹ ਜਿਹੜਾ ਚੰਚਲ ਮਨ ਹੈ ਨਾ ਸਾਡਾ, ਪਦਾਰਥਾਂ ਵੱਲ ਧਾਵਤ ਹੁੰਦਾ, ਦੌੜਿਆ ਹੀ ਫਿਰਦਾ, ਇਹ ਤਾਂ ਮਨ ਟਿਕ ਸਕਦਾ, ਇੱਕ ਜਗ੍ਹਾ ਠਹਿਰ ਸਕਦਾ ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸਾਡੇ ਵੱਲ ਤੱਕੇ। ਕਿਉਂਕਿ ਉਹ ਵਾਹਿਗੁਰੂ ਦੀ ਤੱਕਣੀ ਵਿੱਚ ਹੀ ਇੰਨੀ ਤਾਕਤ ਹੈ, ਸਾਡੇ ਸਰੀਰ ਉੱਤੇ ਪ੍ਰਕਾਸ਼ ਪੈ ਜਾਂਦਾ ਉਹਦਾ। ਤੱਕਦਿਆਂ ਸਾਰੀ ਜਦੋਂ ਬ੍ਰਹਮ ਅਗਨੀ ਐਸੀ ਹੈ ਕਿ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਔਗਣਾਂ ਨੂੰ ਸਾੜ ਹੀ ਦਿੰਦੀ ਹੈ ਅਤੇ ਜੀਵ ਦਾ ਸਰੀਰ ਜਿਹੜਾ ਉਹਦੇ ਨਾਲ ਸੁੱਧ ਹੋ ਜਾਂਦਾ। ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਮਹਾਰਾਜ ਕਹਿੰਦੇ ਭਾਈ ਗੁਰਮੁਖ ਬਣ ਕੇ ਨਾ, ਗੁਰਮੁਖ ਪਿਆਰਾ ਬਣ ਕੇ ਗੁਰਾਂ ਦੁਆਰੇ, ਗੁਰੂ ਕੋਲ ਜਾ ਕੇ ਬੈਠ ਕੇ, ਗੁਰਾਂ ਦੁਆਰ ਦਾ ਮਤਲਬ ਹੁੰਦਾ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਫਿਰ ਗੁਰੂ ਦੁਆਰਾ ਨਾਮ ਲਵੇ ਪਹਿਲਾਂ, ਫਿਰ ਉਹਦਾ ਅਭਿਆਸ ਕਰੇ, ਫਿਰ ਉਹ ਫਲੀਭੂਤ ਹੁੰਦਾ। ਗੁਰੂ ਤੋਂ ਬਿਨਾਂ ਬਹੁਤ ਦੁਨੀਆ ਆਪਣਾ ਅਭਿਆਸ ਕਰਦੀ ਹੈ। ਚਲੋ ਮੰਨ ਲੈਂਦੇ ਕਿਸੇ ਦੀ ਕੋਈ ਅਵਸਥਾ ਵੀ ਬਣ ਜਾਂਦੀ ਹੈ, ਪਰ ਅੱਗੇ ਕੌਣ ਸਾਂਭੂਗਾ ਤੁਹਾਨੂੰ? ਤਾਕਤਾਂ ਮਾੜੀਆਂ ਮਾੜੀਆਂ ਤਾਂ ਸਿੱਧਾਂ ਕੋਲ ਵੀ ਬਥੇਰੀਆਂ ਸੀ। ਸਿੱਧ ਕਿਹੜਾ ਨਹੀਂ ਤਾਹਾਂ ਤੱਕ ਗਏ ਸੀ, ਸਿੱਧ ਵੀ ਤਾਂ ਸਾਰੇ ਚੱਕਰ ਖੋਲ ਕੇ ਦਸਮ ਦੁਆਰ ਤੱਕ ਪਹੁੰਚ ਹੀ ਗਏ ਸੀ। ਪਰ ਸਿੱਧਾਂ ਦੀ ਦਸਮ ਦੁਆਰ ਤੱਕ ਜਾ ਕੇ ਵੀ ਹਉਮੈ ਨਹੀਂ ਮਰੀ ਸੀ, ਕਿਉਂਕਿ ਮਨ ਨਿਰਮਲ ਨਹੀਂ। ਦਸਵਾਂ ਦੁਆਰ ਭ੍ਰਮ ਭ੍ਰਮ ਆਵੈ ਮੂੜਾ ਬਾਰੋ ਬਾਰ। ਜਿੰਨਾ ਚਿਰ ਤੱਕ ਮਨ ਦਸਮ ਦੁਆਰ ਵਿੱਚ ਟਿਕਦਾ, ਸੁਰਤੀ ਚੜ੍ਹੀ, ਓਨਾ ਚਿਰ ਮਨ ਟਿਕਦਾ। ਜਦੋਂ ਥੱਲੇ ਉਤਰੇ ਆਈ ਬਿਰਤੀ, ਉਦੋਂ ਆਮ ਬੰਦਿਆਂ ਵਰਗੀ ਹੋ ਜਾਂਦੀ। ਇਹ ਇੱਕ ਤਰੀਕਾ ਹੈ। ਇੱਕ ਤਰੀਕਾ ਹੈ ਗੁਰੂ ਵਾਲਾ ਬਣ ਕੇ ਗੁਰੂ ਦੇ ਰਾਹੀਂ ਉਸ ਮਾਰਗ ਦੀ ਪ੍ਰਾਪਤੀ ਕਰਨੀ। ਉਹ ਅਲੱਗ ਜੀ ਚੀਜ਼ ਹੈ, ਇੱਕ ਉਹ ਵੱਖਰੀ ਬਖਸ਼ਿਸ਼ ਹੈ, ਉਹ ਕਿਰਪਾ ਹੈ ਜੀਵ ਦੇ ਉੱਤੇ। ਕਿਉਂਕਿ ਸਤਿਗੁਰੂ ਮਹਾਰਾਜ ਉਸ ਰਸਤੇ ਉੱਤੇ ਜੀਵ ਨੂੰ ਲੈ ਕੇ ਜਾਂਦੇ ਨੇ ਨਾਮ ਦੇ ਦੁਆਰਾ। ਗੁਰੂ ਵਾਲਾ ਬਣ ਕੇ ਇੱਕ ਅਲੱਗ ਕਿਸਮ ਦੀ ਬਖਸ਼ਿਸ਼ ਹੁੰਦੀ ਹੈ। ਇੱਕ ਹੁੰਦਾ ਪ੍ਰਾਈਵੇਟ ਜਿਹਾ ਕੰਮ ਕਰਨਾ, ਇੱਕ ਹੁੰਦਾ ਸਰਕਾਰੀ ਤੌਰ ਤੇ। ਇਹ ਜਿਹੜੇ ਪ੍ਰਾਈਵੇਟ ਜੇ ਲੱਗੇ ਹੋਏ ਨਾ ਆਪਣੇ ਆਪ ਹੀ, ਇਹ ਧੋਖਾ ਖਾਣਗੇ ਬਹੁਤ ਭੈੜਾ। ਅਤੇ ਜਿਹੜੇ ਗੁਰੂ ਦੇ ਰਾਹੀਂ ਲੱਗੇ ਨੇ, ਸਤਿਗੁਰੂ ਵੀ ਤਾਂ ਦੇਖਦੇ, ਉਹਨਾਂ ਦੀ ਅੱਖ ਕਿਹੜਾ ਨਹੀਂ ਦੇਖਦੀ ਬਈ ਗੁਰੂ ਧਾਰੇ ਤੋਂ ਬਿਨਾਂ ਐਵੇਂ ਹੀ ਟੱਕਰਾਂ ਮਾਰੀ ਜਾਂਦਾ।
ਅਤੇ ਜਦੋਂ ਸਰੀਰ ਛੱਡਿਆ ਫਿਰ ਕਿਸੇ ਨੇ ਬਾਂਹ ਨਹੀਂ ਫੜਨੀ। ਕਮਾਈ ਕੀਤੀ ਹੋਈ ਦਾ ਲਾਭ ਨਹੀਂ ਹੋਣਾ ਉਹਨਾਂ, ਕਿਉਂਕਿ ਉਸ ਕਮਾਈ ਕਰਨ ਦੇ ਨਾਲ ਜਿਹੜੀ ਪ੍ਰਾਪਤੀ ਨਾਲ ਹਉਮੈ ਹੋ ਗਈ। ਫਿਰ ਉਹ ਦੁਨੀਆ ਨੂੰ ਟਿੱਚ ਸਮਝਣ ਲੱਗ ਜਾਂਦਾ। ਸਿੱਧਾਂ ਵਿੱਚ ਇਹੀ ਕਮੀ ਸੀ, ਤਾਂਹੀਓ ਗੁਰੂ ਨਾਨਕ ਸਾਹਿਬ ਨੇ ਆ ਕੇ ਉਹ ਕਮੀ ਨੂੰ ਦੂਰ ਕੀਤਾ। ਸੋ ਇਸ ਕਰਕੇ ਬਹੁਤ ਸਾਰੇ ਲੋਕ ਗੁਰਬਾਣੀ ਨੂੰ ਛੱਡ ਕੇ, ਗੁਰਾਂ ਨੂੰ ਛੱਡ ਕੇ ਕੋਸ਼ਿਸ਼ ਕਰਦੇ ਨੇ ਕਿ ਮੈਂ ਇੱਧਰੋਂ ਸਾਈਡ ਤੋਂ ਨਿਕਲ ਕੇ ਪਤਾ ਨਹੀਂ ਬਾਈਪਾਸ ਨਿਕਲ ਜਾਣਾ ਜਾਂ ਕੋਈ ਚਲਾਕੀ ਮਾਰ ਕੇ ਮੈਂ ਕਰ ਲੈਣਾ। ਕੁਛ ਨਹੀਂ ਹੋਣਾ। ਸਿਆਣੇ ਕਹਿੰਦੇ ਨੇ ਪਾਣੀ ਤਾਂ ਪੁਲਾਂ ਥੱਲੇ ਹੀ ਲੰਘਣਾ, ਜਿੱਥੋਂ ਮਰਜ਼ੀ ਜ਼ੋਰ ਲਾ ਲੇ ਕੋਈ। ਗੱਲ ਤਾਂ ਗੁਰੂ ਧਾਰੇ ਨਾਲ ਹੀ ਬਣਨੀ। ਗੁਰੂ ਧਾਰਨ ਕੀਤੇ ਬਿਨਾਂ ਕੁਛ ਨਹੀਂ ਬਣਨਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਵਾਲਾ ਬਣੇ ਤਾਂ ਬਹੁਤ ਕੁਛ ਹੁੰਦਾ, ਬੜਾ ਫਰਕ ਪੈਂਦਾ ਉਹਦੇ ਨਾਲ। ਕਿਉਂਕਿ ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੈ ਜਿਤ ਵਡਿਆਈ, ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਨਾਮ ਨਿਧਾਨ ਸਾਧ ਮਨ ਵਸੈ, ਮਹਿਲੀ ਪਾਵੈ ਥਾਉ। ਮਹਿਲੀ ਹੁੰਦਾ ਜਗਿਆਸੂ। ਇਹ ਜਿਹੜਾ ਜਗਿਆਸੂ ਹੈ ਸਰੂਪ ਰੂਪੀ ਥਾਂ ਨੂੰ ਪਾ ਲੈਂਦਾ ਅੰਦਰ। ਜੇ ਨਾਮ ਰੂਪ ਨਿਧਾਨ ਜਿਹੜਾ ਖਜ਼ਾਨਾ ਸਦਾ ਮਨ ਚ ਵਸ ਜਾਵੇ ਤਾਂ ਜਗਿਆਸੂ ਅੰਦਰ ਹੀ ਪ੍ਰਾਪਤ ਕਰ ਲੈਂਦਾ ਸਭ ਕੁਝ। ਅੰਦਰ ਹੀ ਬ੍ਰਹਮ ਹੈ, ਅੰਦਰ ਹੀ ਕਿਰਪਾ ਹੋ ਜਾਂਦੀ ਹੈ। ਨਹੀਂ ਤਾਂ ਪਹਿਲਾਂ ਵੀ ਸੀ, ਕਈ ਕੁਛ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਜਾਂ ਬਾਣੀ ਪ੍ਰਗਟ ਹੋਈ ਜਿਹੜੀ ਸੰਸਾਰ ਅੰਦਰ, ਕਿ ਪਹਿਲਾਂ ਨਹੀਂ ਸੀ ਸਾਰਾ ਕੁਝ, ਕਿ ਪਹਿਲਾਂ ਏਡੇ ਏਡੇ ਰਿਸ਼ੀ ਮੁਨੀ ਹੋਏ ਨੇ, ਕਈ ਕੁਛ ਹੋਇਆ ਪਹਿਲਾਂ। ਪਰ ਜਦੋਂ ਨਿਰੰਕਾਰ ਜੀ ਆਪਣੇ ਅਸੂਲ ਜਿਹੜੇ ਨੇ ਜਦੋਂ ਦੱਸਦੇ ਦੁਨੀਆ ਨੂੰ ਧੁਰਕੀ ਬਾਣੀ ਰਾਹੀਂ, ਉਹ ਉਸ ਢੰਗ ਨਾਲ ਹੀ ਕਰਨੇ ਚਾਹੀਦੇ ਨੇ, ਪ੍ਰਵਾਨ ਨਹੀਂ ਹੁੰਦੇ। ਨਿਰੰਕਾਰ ਨੇ ਹੀ ਦੁਨੀਆ ਤੇ ਪਹਿਲਾਂ ਦੈਂਤ ਬਣਾਏ, ਦੇਵਤੇ ਬਣਾਏ, ਸਿੱਧ ਬਣਾਏ, ਫਿਰ ਮਨੁੱਖ ਬਣਾਏ। ਜਦੋਂ ਦੇਖਿਆ ਕਿ ਇਹਨਾਂ ਨੇ ਸਾਡਾ ਨਾਮ ਨਹੀਂ ਜਪਾਇਆ ਔਰ ਉਹ ਕਾਮਯਾਬ ਨਹੀਂ ਹੈ, ਤਾਂ ਆਪ ਨਿਰੰਕਾਰ ਆਏ। ਹੁਣ ਜਿਹੜੇ ਲੋਕ ਪਹਿਲਿਆਂ ਨੂੰ ਮੰਨਦੇ ਨੇ ਉਹ ਕਹਿੰਦੇ ਪਹਿਲਾਂ ਜਿਹੜਾ ਆਇਆ ਸੀ ਉਹ ਵੱਡਾ ਸੀ, ਉਹ ਰੱਬ ਸੀ। ਨਹੀਂ, ਰੱਬ ਨੇ ਪਹਿਲਾਂ ਛੋਟੇ ਛੋਟੇ ਭੇਜੇ ਸੀ, ਸ਼ਾਇਦ ਕੁਛ ਕਰਨਗੇ ਜਾ ਕੇ, ਪਰ ਉਹ ਛੋਟਿਆਂ ਨੇ ਵੱਡੇ ਬਣਨ ਦਾ ਯਤਨ ਕੀਤਾ, ਭਗਵਾਨ ਬਣ ਗਏ ਉਹ ਤਾਂ। ਪਰ ਪ੍ਰਮਾਤਮਾ ਨੇ ਫਿਰ ਆਪ ਆ ਕੇ ਸ੍ਰਿਸ਼ਟੀ ਤੇ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ ਦਾ ਭਲਾ ਕੀਤਾ। ਯਾਗ ਬਲਕ ਜਿਹੜਾ ਮੁਨੀ ਹੋਇਆ, ਉਹਨੇ ਇਹ ਪਹਿਲਾਂ ਹੀ ਦੱਸ ਦਿੱਤਾ ਸੀ ਸਤਿਯੁਗ ਦੇ ਵਿੱਚ ਹੀ, ਬਈ ਬੇਦੀ ਵੰਸ਼ ਵਿੱਚ ਪੱਛਮ ਦਿਸ਼ਾ ਦੇ ਵਿੱਚ ਹਿੰਦੁਸਤਾਨ 'ਚ ਉਦੋਂ ਇੱਕੋ ਹੀ ਸੀ ਸਾਰਾ ਇਹ, ਬਈ ਇਸ ਤਰ੍ਹਾਂ ਕਰਕੇ ਇੱਕ ਅਵਤਾਰ ਆਉਣਾ ਪਰਮੇਸ਼ਰ ਦਾ। ਗੁਰੂ ਨਾਨਕ ਨਾਮ ਕਰਕੇ ਉਹ ਅਵਤਾਰ 10 ਸਰੂਪ ਧਾਰੇਗਾ, 11ਵਾਂ ਸਰੂਪ ਮੋਨੀ ਹੋਵੇਗਾ। ਉਹ ਜਿਹੜਾ ਗੁਰੂ ਨਾਨਕ ਅਵਤਾਰ ਆਉਣਾ ਪਰਮੇਸ਼ਰ ਦਾ, ਉਹਨੇ ਵਾਹਿਗੁਰੂ ਮੰਤਰ ਦੇਣਾ ਆ ਕੇ। ਇਹ ਵੇਦਿਆਂ 'ਚ ਲਿਖਿਆ ਹੋਇਆ, ਵੇਦਾਂ ਮੈਂ ਨਾਮ ਉਤਮ ਸੋ ਸੁਣ ਹੈ, ਨਾ ਹੀ ਫਿਰੈ ਜਿਉ ਬੇਤਾਲਿਆ। ਉਦੋਂ ਰਿਸ਼ੀ ਮੁਨੀ ਕਹਿੰਦੇ ਯਾਗ ਬਲਕ ਨੂੰ ਵੀ ਤੁਸੀਂ ਦੇ ਦਿਓ ਨਾਮ, ਇਹ ਵਾਹਿਗੁਰੂ ਮੰਤਰ ਤੁਸੀਂ ਜਪਾ ਦਿਓ। ਉਹ ਕਹਿੰਦੇ ਮੇਰਾ ਅਧਿਕਾਰ ਹੀ ਨਹੀਂ, ਮੈਂ ਕਿਵੇਂ ਜਪਾ ਸਕਦਾ। ਇਹ ਤਾਂ ਜਿਹਦਾ ਅਧਿਕਾਰ ਆ ਉਹੀ ਆ ਕੇ ਦੇਵੇਗਾ ਨਾਮ। ਇਹ ਨਾਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਹੋਰ ਕੋਈ ਨਹੀਂ ਦੇ ਸਕਦਾ। ਜੇ ਕੋਈ ਕਹੇ ਤੈਨੂੰ ਮੈਂ ਵਾਹਿਗੁਰੂ ਮੰਤਰ ਦੇ ਦਿੰਦਾ, ਵਾਹਿਗੁਰੂ ਮੰਤਰ ਤਾਂ ਵਾਹਿਗੁਰੂ ਹੀ ਦੇ ਸਕਦਾ, ਸਿਰਫ ਵਾਹਿਗੁਰੂ। ਚੌਥੇ ਪਾਤਸ਼ਾਹ ਲਿਖਦੇ ਨੇ, ਕਹਿੰਦੇ ਅਸੀਂ ਵੀ ਸਿੱਖ ਨੂੰ ਜਦੋਂ ਦੇਣਾ ਵਾਹਿਗੁਰੂ ਕੋਲੋਂ ਦਬਾਉਂਦੇ ਹਾਂ, ਕਰ ਕਿਰਪਾ ਹਰ ਨਾਮ ਦਿਵਾਇਓ। ਦਬਾਉਂਦੇ ਹਾਂ ਅਸੀਂ ਵੀ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਨਿਮਰਤਾ ਵੀ ਜਣਾਉਂਦੇ ਨੇ, ਇਸ ਕਰਕੇ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਦੇ ਨੇ। ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ, ਮਨਮੁਖ ਮਨ ਤਨ ਅੰਧ ਹੈ ਤਿਸਨੋ ਠੌਰ ਨਾ ਠਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਵੀ ਮਨਮੁਖਾਂ ਦਾ ਮਨ ਤਨ ਅਗਿਆਨੀ ਹੋ ਰਿਹਾ। ਮਨਮੁਖ ਮਨ ਤਨ ਅੰਧ ਹੈ, ਮਨਮੁਖ ਦਾ ਮਨ ਵੀ ਅੰਨਾ, ਮਨਮੁਖ ਦਾ ਸਰੀਰ ਵੀ ਅੰਨਾ ਹੀ ਹੈ, ਉਹ ਵੀ ਅਗਿਆਨੀ ਹੋ ਰਿਹਾ, ਸਰੀਰ ਵੀ। ਤਿਸਨੋ ਠੌਰ ਨਾ ਠਾਓ। ਇਸ ਕਰਕੇ ਮਨਮੁਖ ਨੂੰ ਠਹਿਰਨ ਵਾਸਤੇ ਕੋਈ ਥਾਂ ਮਿਲਦਾ ਹੀ ਨਹੀਂ, ਟਿਕਾਣਾ ਹੀ ਨਹੀਂ ਹੈ ਕੋਈ। ਠੌਰ ਨਾ ਠਾਓ, ਠਹਿਰਨ ਵਾਸਤੇ ਕੋਈ ਥਾਂ ਨਹੀਂ ਮਿਲਦਾ, ਨਾ ਠੌਰ ਇਸ ਲੋਕ ਵਿੱਚ ਨਾ ਠਾਂ ਪਰਲੋਕ ਵਿੱਚ।
ਲੋਕ ਅਤੇ ਪਰਲੋਕ ਵਿੱਚ ਉਹਦੇ ਲਈ ਕੋਈ ਥਾਂ ਨਹੀਂ ਹੈ। ਬਹੁ ਜੋਨੀ ਭੌਂਦਾ ਫਿਰੈ ਜਿਉ ਸੁਣਿਐ ਘਰ ਕਾਉ। ਬਹੁਤੀਆਂ ਹੀ ਜੂਨਾਂ 'ਚ ਘੁੰਮਦਾ, 84 ਲੱਖ 'ਚ ਭੌਂਦਾ ਹੀ ਫਿਰਦਾ, ਜਿਵੇਂ ਖਾਲੀ ਘਰਾਂ ਦਾ ਪ੍ਰਾਹੁਣਾ ਕਾਂ ਐਵੇਂ ਭੌਂਦਾ ਫਿਰਦਾ। ਖਾਲੀ ਘਰਾਂ 'ਚ ਕਾਂ ਕਰਦੇ ਫਿਰਦੇ ਨੇ। ਇਹ ਵੀ ਜੀਵ ਜਿਹੜਾ ਹੈ ਬਹੁਤੀਆਂ ਜੂਨੀਆਂ 'ਚ ਘੁੰਮਦਾ ਹੀ ਰਹਿੰਦਾ। ਫਿਰ ਇਹਦਾ ਉਧਾਰ ਕਿਵੇਂ ਹੋਵੇ? ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਿ ਨਾਉ। ਕਹਿੰਦੇ ਨੇ ਗੁਰੂ ਦੀ ਸਿੱਖਿਆ ਲੈ ਕੇ ਪਹਿਲਾਂ ਨਾਮ ਨੂੰ ਜਪੇ। ਗੁਰਮਤੀ ਸ਼ਬਦ ਮਿਲੈ ਹਰਿ ਨਾਉ, ਫੇਰ ਘਟ ਚਾਨਣਾ। ਫੇਰ ਕਹਿੰਦੇ ਨੇ ਘਟ ਹਿਰਦੇ ਦੇ ਅੰਦਰ ਗਿਆਨ ਹੁੰਦਾ। ਗਿਆਨ ਕਰਕੇ ਬ੍ਰਹਮ ਨਾਲ ਮਿਲਾਪ ਹੁੰਦਾ, ਸ਼ਬਦ ਦੇ ਨਾਲ। ਪਰਮਾਤਮਾ ਸ਼ਬਦ ਰੂਪ ਹੈ, ਪ੍ਰਕਾਸ਼ ਰੂਪ ਹੈ। ਫਿਰ ਉਹਦੇ ਨਾਲ ਜਾ ਕੇ ਜੀਵ ਦਾ ਮਿਲਾਪ ਹੁੰਦਾ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਇਹ ਜਿਹੜੀ ਤ੍ਰਿਗੁਣਾਤਮਕ ਸੰਸਾਰ ਹੈ ਨਾ, ਮਾਇਆ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ ਆਦਿ ਵਿਸ਼ਿਆਂ ਕਰਕੇ ਜਿਹੜਾ ਜੀਵ ਹੈ ਅੰਨਾ ਹੋ ਰਿਹਾ। ਤ੍ਰੈ ਗੁਣ ਵਿਖਿਆ ਅੰਧ ਹੈ। ਤ੍ਰਿਗੁਣਾਤਮਕ ਸੰਸਾਰ ਦੇ ਵਿੱਚ ਇਹ ਜੀਵ ਵਿਸ਼ਿਆਂ ਕਰਕੇ ਅੰਨਾ ਹੋ ਰਿਹਾ। ਮਾਇਆ ਮੋਹ ਗੁਬਾਰ, ਗਿਆਨ ਵਿਰਾਗ ਅੱਖਾਂ ਤੋਂ ਬਿਨਾਂ ਹੋ ਰਿਹਾ। ਤੇ ਮਾਇਆ ਦੇ ਮੋਹ ਕਰਕੇ ਗੁਬਾਰ ਜਿਹੜਾ ਗਾੜਾ ਹਨੇਰਾ ਛਾ ਰਿਹਾ, ਇਹਦੇ ਅੱਗੇ ਨੂੰ ਦੀਂਦਾ ਹੀ ਕੁਛ ਨਹੀਂ। ਲੋਭੀ ਅਨ ਕਉ ਸੇਵਦੇ ਪੜ ਵੇਦਾ ਕਰੈ ਪੂਕਾਰ। ਹੁਣ ਲੋਭੀ ਪੁਰਸ਼ ਨਿਵਾਨ ਤੋਂ ਭਾਵ ਦਵੈਤ ਨੂੰ ਸੇਵਦੇ ਨੇ। ਪਰਮਾਤਮਾ ਨੂੰ ਛੱਡ ਕੇ ਅਨ ਹੁੰਦਾ ਹੋਰ ਦੇਵੀ ਦੇਵਤਿਆਂ ਨੂੰ ਸੇਵਦੇ ਨੇ। ਵੇਦਾਂ ਪੁਰਾਣਾਂ ਨੂੰ ਪੜ੍ਹ ਕੇ ਕਥਾ ਕਰਕੇ ਮਾਇਆ ਲਈ ਪੁਕਾਰ ਕਰਦੇ ਨੇ, ਮਾਇਆ ਦਿਓ ਸਾਨੂੰ। ਲੋਭੀਆਂ ਕਉ ਸੇਵਦੇ, ਲੋਭੀਆਂ ਦੀ ਵੀ ਸੇਵਾ ਕਰਦੇ ਨੇ ਉਹ। ਅਥਵਾ ਲੋਭੀ ਜਿਹੜੇ ਉਹ ਅਨ ਕਉ ਸੇਵਦੇ, ਉਹ ਹੋਰਨਾਂ ਦੀ ਸੇਵਾ ਕਰੀ ਜਾਂਦੇ ਨੇ ਅਤੇ ਵੇਦਾਂ ਨੂੰ ਪੜ੍ਹ ਕੇ ਮਾਇਆ ਦਾ ਕਮਾਉਣਾ ਕਰਦੇ ਨੇ ਸੰਸਾਰ ਦੇ ਅੰਦਰ। ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ। ਉਹ ਲੋਕ ਮਾਇਆ ਦੇ ਅੰਦਰ ਹੀ ਸੜ ਕੇ ਮਰ ਗਏ ਨੇ। ਪਚ ਕੇ, ਪਚਣਾ ਹੁੰਦਾ ਸੜਨਾ। ਵਿਖਿਆ ਹੁੰਦੀ ਮਾਇਆ, ਵਿਖਿਆ ਹੁੰਦੀ ਜ਼ਹਿਰ। ਇਸ ਕਰਕੇ ਜ਼ਹਿਰ ਵੱਤ ਜਿਹੜੀ ਮਾਇਆ ਨਾ, ਉਹਦੇ ਸੜ ਕੇ ਮਰ ਗਏ ਨੇ। ਨਾ ਉਰਵਾਰ ਨਾ ਪਾਰ, ਨਾ ਉਹਨਾਂ ਨੂੰ ਉਰਲਾ ਲੋਕ ਮਿਲਿਆ, ਇੱਥੋਂ ਦਾ ਸੁੱਖ ਮਿਲਿਆ, ਨਾ ਪਾਰ ਪਰਲੇ ਪਾਸੇ ਦਾ ਪਰਲੋਕ ਦਾ ਹੀ ਸੁੱਖ ਮਿਲਿਆ। ਉਹਨਾਂ ਨੂੰ ਦੋਨੋਂ ਕੁਝ ਹੀ ਨਹੀਂ ਮਿਲੇ, ਉਹ ਖਾਲੀ ਹੀ ਰਹਿ ਗਏ। ਕਿਉਂਕਿ ਉਹ ਜ਼ਹਿਰ ਦੇ ਵਿੱਚ ਹੀ ਹਮੇਸ਼ਾ ਪਲਦੇ ਨੇ, ਜ਼ਹਿਰ ਹੀ ਖਾਂਦੇ ਨੇ। ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਜਗਤ ਦੀ ਪ੍ਰਤਪਾਲਨਾ ਕਰਨ ਵਾਲੇ ਪਿਤਾ ਰੂਪ ਪਰਮਾਤਮਾ ਨੂੰ ਉਹਨਾਂ ਨੇ ਮਾਇਆ ਦੇ ਮੋਹ ਵਿੱਚ ਲੱਗ ਕੇ ਭੁਲਾ ਹੀ ਦਿੱਤਾ। ਮਾਇਆ ਦੇ ਮੋਹ ਵਿੱਚ ਪੈ ਕੇ ਵਿਸਾਰਤਾ ਜਗਤ ਪਿਤਾ ਨੂੰ, ਜੋ ਪਾਲਣਹਾਰਾ ਵਾਹਿਗੁਰੂ। ਇਹ ਕਿਉਂ ਹੋ ਗਈ ਗੱਲ ਇਹਦੇ ਨਾਲ? ਬਾਝੋਂ ਗੁਰੂ ਅਚੇਤ ਹੈ ਸਭ ਬੱਧੀ ਜਮ ਕਾਲ। ਹੁਣ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਜਿਹੜਾ ਨਾ ਸਾਰੀ ਦੁਨੀਆ ਅਚੇਤ ਹੋਈ ਫਿਰਦੀ, ਅਗਿਆਨੀ ਹੋਈ ਫਿਰਦੀ। ਇਸੇ ਲਈ ਜਮਕਾਲ ਨੇ ਬੰਨੀ ਹੋਈ ਹੈ। ਪਹਿਲਾਂ ਤਾਂ ਬੰਦਾ ਜੇ ਹੁਣ ਗੁਰਮਤ ਦੀ ਕੋਈ ਗੱਲ ਕਰਨੀ ਹੈ, ਪਹਿਲਾਂ ਤਾਂ ਗੁਰੂ ਵਾਲਾ ਬਣੇ। ਪਹਿਲੀ ਗੱਲ ਕਕਾਰ ਧਾਰਨੀ, ਨਿਤਨੇਮੀ ਹੋਵੇ, ਬਾਜਾਂ ਵਾਲੇ ਦੇ ਹੁਕਮ ਨੂੰ ਮੰਨਦਾ ਹੋਵੇ, ਰਹਿਤ ਮਰਿਆਦਾ ਹੋਵੇ, ਅਭਿਆਸ ਸੇਵਾ ਦਸਵੰਧ ਕੱਢਣਾ, ਸਾਰੇ ਕਰਮ ਕਰੇ। ਉਹ ਬੰਦੇ ਅੰਦਰ ਸ਼ਰਧਾ ਹੀ ਇੰਨੀ ਹੁੰਦੀ ਆ, ਉਹ ਕਦੇ ਨਹੀਂ ਗੁਰੂ ਸਾਹਿਬ ਤੇ ਕਿੰਤੂ ਕਰੂਗਾ। ਕਿਉਂਕਿ ਜਿਹੜਾ ਆਪ ਨਿਤਨੇਮੀ ਪ੍ਰੇਮੀ ਹੈ, ਮਰਿਆਦਾ ਦਾ ਧਾਰਨੀ ਹੈ, ਗੁਰੂ ਉੱਤੇ ਸ਼ਰਧਾ ਜਿਹਦੀ ਭਰੋਸਾ ਹੈ, ਸ਼ਰਧਾ ਵਾਲਾ ਬੰਦਾ ਕਦੇ ਨਹੀਂ ਬੋਲਦਾ। ਪਤੀ ਵਰਤਾ ਇਸਤਰੀ ਕਦੇ ਮੂੰਹ ਨਹੀਂ ਖੋਲਦੀ, ਆਪਣਾ ਮੂੰਹ ਬੰਦ ਰੱਖਦੀ ਆ, ਬੜਬੋਲੀ ਨਹੀਂ ਹੁੰਦੀ। ਉਹ ਬਹੁਤ ਭਾਵਨਾ ਨਾਲ ਸ਼ੀਲ ਸੰਜਮ ਦੇ ਸੁਭਾਅ ਦੇ ਅੰਦਰ, ਸਤ ਸੰਤੋਖ ਗਿਆਨ, ਉਹ ਆਗਿਆਕਾਰੀ ਹੈ। ਪਤੀ ਨੇ ਗਲਤ ਵੀ ਕਹਿਤਾ ਤਾਂ ਵੀ ਉਹਨੇ ਸਤ ਬਚਨ ਹੀ ਕਹੀ ਜਾਣਾ। ਗੁਰਸਿੱਖ ਵੀ ਐਸਾ ਹੀ। ਗੁਰੂ ਸਾਹਿਬ ਕਈ ਵਾਰ ਪਰਖਣ ਦੇ ਮਾਰੇ ਕਹਿ ਦਿੰਦੇ ਨੇ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਜਿਵੇਂ ਕਿਹਾ, ਉਠੋ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਬਾਬਾ ਬੁੱਢਾ ਜੀ ਨੇ ਆਪਣੇ ਅਸਮਾਨ ਵੱਲ ਨਿਗਾਹ ਮਾਰੀ, ਸਿਆਣਪ ਵਰਤੀ। ਮਹਾਰਾਜ ਹਲੇ ਅੰਮ੍ਰਿਤ ਵੇਲਾ ਹੋਣ 'ਚ ਸਮਾਂ ਹੈ ਥੋੜਾ ਜਿਹਾ,
ਤਾਰੇ ਹਲੇ ਦੱਸਦੇ ਨੇ ਵੀ ਉੱਥੇ ਪਹੁੰਚੇ ਨਹੀਂ ਹਲੇ। ਜਦੋਂ ਇੱਥੇ ਜਾ ਕੇ ਤਾਰੇ ਆ ਗਏ ਫੇਰ 2 ਵਜਣੇ ਆ। ਸਤਿਗੁਰੂ ਕਹਿੰਦੇ ਭਾਈ ਅਸੀਂ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਇਸ਼ਨਾਨ ਕਰ ਲਓ। ਬਾਬਾ ਜੀ ਫੇਰ ਕਹਿੰਦੇ ਨਹੀਂ ਮਹਾਰਾਜ ਹਲੇ ਅੰਮ੍ਰਿਤ ਵੇਲਾ ਨਹੀਂ ਹੋਇਆ, ਹਲੇ ਤਾਂ ਤਾਰੇ ਉੱਥੇ ਹੀ ਖੜੇ ਆ, ਹਲ ਤਾਂ ਅੱਧੀ ਰਾਤ ਹੈ, 12 ਵਜੇ ਆ। ਤੀਜੀ ਵਾਰੀ ਫੇਰ ਕਿਹਾ, ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਕਹਿੰਦੇ ਨਹੀਂ ਜੀ ਹਲੇ ਤਾਂ ਅੱਧੀ ਰਾਤ ਹੈ। ਸਤਿਗੁਰੂ ਕਹਿੰਦੇ ਅੱਛਾ ਕੋਈ ਨਹੀਂ ਫਿਰ ਆਰਾਮ ਕਰ ਲਓ। ਫੇਰ ਲਿਆ ਕੱਪੜਾ ਸੌਂ ਗਏ। ਹੁਣ ਬਾਬਾ ਲਹਿਣਾ ਜੀ ਕੋਲ ਗਏ ਨੇ, ਪੁਰਖਾ ਅੱਧੀ ਰਾਤ, ਸੋ ਉਸ ਵਕਤ ਕਹਿਣਗੇ ਅੰਮ੍ਰਿਤ ਵੇਲਾ ਹੋ ਗਿਆ ਪੁਰਖਾ ਉੱਠੋ। ਬਾਬਾ ਲਹਿਣਾ ਜੀ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਗਏ। ਅਸਮਾਨ ਵੱਲ ਨਿਗਾਹ ਗਈ, ਮਹਾਰਾਜ ਹਲੇ ਅੱਧੀ ਰਾਤ ਹੈ। ਸਤਿਗੁਰੂ ਫੇਰ ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਗੁਰੂ ਅੰਗਦ ਦੇਵ ਜੀ ਤਾਂ ਫਿਰ ਤੱਤ ਬੇਤੇ ਸਨ। ਕਹਿੰਦੇ ਕੋਈ ਕਾਰਨ ਹੈ, ਦੁਬਾਰਾ ਕਿਉਂ ਕਿਹਾ ਪਾਤਸ਼ਾਹ ਨੇ? ਕਹਿੰਦੇ 7 ਬਚਨ ਮਹਾਰਾਜ ਜੀ ਇਸ਼ਨਾਨ ਕਰ ਲੈ। ਮਹਾਰਾਜ ਨੇ ਵਸਤਰ ਲਏ, ਜਾ ਕੇ ਵੇਈ ਨਦੀ ਵਿੱਚ ਟੁੱਬਾ ਲਾ ਕੇ ਇਸ਼ਨਾਨ ਪਾਣੀ ਕਰਕੇ ਆ ਗਏ। ਹੁਣ ਸਤਿਗੁਰੂ ਪਰਖਣ ਦੇ ਮਾਰੇ ਫੇਰ ਕਹਿੰਦੇ ਨੇ ਪੁਰਖਾ ਹਾਲੇ ਤਾਂ ਅੱਧੀ ਰਾਤ ਸੀ ਭਾਈ, ਅਸੀਂ ਤਾਂ ਉਹੀ ਅੰਮ੍ਰਿਤ ਵੇਲਾ ਸੋਚ ਲਿਆ ਕਿ ਅੰਮ੍ਰਿਤ ਵੇਲਾ ਹੋ ਗਿਆ। ਹੁਣ ਇੱਥੇ ਆ ਕੇ ਫੇਰ ਇਨਸਾਨ ਤਪਲਾ ਖਾਂਦਾ, ਉਹ ਫੇਰ ਗੁਰੂ ਤੇ ਆਪਣੀ ਗੱਲ ਦਾ ਫੇਰ ਇਜ਼ਹਾਰ ਕਰਦਾ, ਲਓ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਹਲੇ ਅੱਧੀ ਰਾਤ ਹੈ, ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ। ਨਹੀਂ, ਸਤਿਗੁਰੂ ਅੱਗੇ ਬੋਲੀਦਾ ਹੀ ਨਹੀਂ। 7 ਬਚਨ ਮਹਾਰਾਜ ਜੀ ਅੱਧੀ ਰਾਤ, ਹਾਂ ਜੀ ਅੱਧੀ ਰਾਤ ਹੀ, ਹਾਂ ਜੀ ਗੱਲ ਤਾਂ ਠੀਕ ਹੈ। ਹੁਣ ਸਤਿਗੁਰੂ ਦੇਖਦੇ ਮੇਰੇ ਅਨੁਸਾਰ ਢਲ ਜਾਂਦਾ ਹੈ, ਜਿਵੇਂ ਮੈਂ ਬੋਲਦਾ ਇਹ ਉਹੀ ਗੱਲ ਮੰਨਦਾ। ਇਹ ਹੈ ਸਿੱਖ ਜਿਹੜਾ ਗੁਰੂ ਦੇ ਅਨੁਸਾਰ ਹੀ ਢਲ ਜਾਂਦਾ ਹੋਵੇ। ਸਤਿਗੁਰੂ ਦੇਖਦੇ ਨੇ ਭਾਣੇ ਵਿੱਚ ਹੈ, ਬਚਨ ਮੰਨਦਾ ਹੈ, ਹੁਕਮ ਨੂੰ ਕਮਾਉਂਦਾ ਹੈ, ਇਹਦੇ ਤੇ ਬਖਸ਼ਿਸ਼ ਕਰੀਏ। ਅਗਲੀ ਪਰਖ ਫੇਰ ਲਈ। ਬਾਬਾ ਬੁੱਢਾ ਜੀ ਨੂੰ ਕਹਿੰਦੇ ਹੁਣ ਤਾਂ ਪਰਖ ਹੋਰ ਕਰੜੀ ਕਰਤੀ। ਅੱਧੀ ਰਾਤ ਨੂੰ ਕਹਿੰਦੇ ਪੁਰਖਾ ਉੱਠ, ਚਿੱਟਾ ਦਿਨ ਚੜ ਆਇਆ, ਜਾਂ ਕੱਪੜੇ ਧੋ ਲਿਆ, ਜਾ ਕੇ ਸੁਕਾ ਕੇ ਲਿਆ। ਬਾਬਾ ਜੀ ਕਹਿੰਦੇ ਇਹ ਕੀ ਗੱਲ, ਅੱਜ ਅੱਧੀ ਰਾਤ ਨੂੰ ਹੀ ਚਿੱਟਾ ਦਿਨ ਕਹੀ ਜਾਂਦੇ ਨੇ। 2-3 ਵਾਰ ਕਿਹਾ, ਨਾ ਮਹਾਰਾਜ ਹਲ ਤਾਂ ਅੱਧੀ ਰਾਤ ਹੈ। ਫਿਰ ਬਾਬਾ ਲਹਿਣਾ ਜੀ ਨੂੰ ਕਿਹਾ ਪੁਰਖਾ ਉੱਠ ਬਈ, ਜਾ ਕੇ ਕੱਪੜੇ ਧੋ ਕੇ ਸੁਕਾ ਲਿਆ, ਦਿਨ ਚੜ੍ਹਿਆ ਆਇਆ ਦਿਖਦਾ। ਬਾਬਾ ਲਹਿਣਾ ਜੀ ਬੜੇ ਸਿਆਣੇ ਗੁਰੂ ਅੰਗਦ ਦੇਵ ਮਹਾਰਾਜ, ਉਹ ਜਾਣਦੇ ਨੇ ਮੇਰੇ ਸਤਿਗੁਰੂ ਕੋਈ ਚਮਤਕਾਰ ਕਰਦੇ ਨੇ। 7 ਬਚਨ ਜੀ ਕੱਪੜੇ ਲੈ ਕੇ ਜਾਂ ਵੇਈ ਨਦੀ ਤੇ ਪਹੁੰਚੇ, ਉੱਥੇ ਦਿਨ ਚੜ੍ਹਿਆ ਹੋਇਆ। ਇਹ ਗੱਲ ਆਪਾਂ ਨਹੀਂ ਸਮਝ ਸਕਦੇ, ਬੜੀ ਦੂਰ ਦੀ ਗੱਲ ਹੈ। ਸਤਿਗੁਰੂ ਨਾਨਕ ਸਾਹਿਬ ਨੂੰ ਕੌਣ ਸਮਝ ਸਕਦਾ? ਨਹੀਂ ਜਾਣਦੇ ਕਿ ਉਹਨਾਂ ਦੀ ਸਮਰੱਥਾ ਕਿੰਨੀ ਆ। ਜੋ ਜੀ ਚਾਹੇ ਸਤਿਗੁਰੂ ਕਰ ਸਕਦੇ ਨੇ। ਜਦੋਂ ਗਏ ਕੱਪੜੇ ਧੋ ਲਏ, ਸੁਕਾ ਲਏ, ਤਹਿ ਮਾਰ ਲਏ, ਵਾਪਸ ਆਏ, ਉੱਥੇ ਫੇਰ ਹਨੇਰਾ। ਇਹ ਕੀ ਕਾਰਨ ਹੈ? ਮਹਾਰਾਜ ਕਹਿੰਦੇ ਹਲ ਤਾਂ ਅੱਧੀ ਰਾਤ ਹੀ ਸੀ, ਰਾਤ ਨੂੰ ਕੱਪੜੇ ਧੋ ਲਿਆਂਦੇ। ਕਹਿੰਦੇ ਹਾਂ ਜੀ 7 ਬਚਨ ਮਹਾਰਾਜ। ਜਦੋਂ ਦੇਖਿਆ ਬਿਲਕੁਲ ਢਲ ਗਏ ਨੇ ਮੇਰੇ ਵਿੱਚ। ਸਿਰਫ ਪਰਖਣ ਦੇ ਮਾਰੇ ਬਹੁਤ ਸਾਰੀਆਂ ਚੀਜ਼ਾਂ ਕਰਦੇ ਨੇ, ਪਰਖਣਾ ਹੀ ਹੁੰਦਾ ਆਪਾਂ ਨੇ। ਸਤਿਗੁਰੂ ਕਈ ਚੀਜ਼ਾਂ ਪਰਖਣ ਦੇ ਮਾਰੇ ਹੀ ਕਰਦੇ ਨੇ, ਪਰ ਅਣਜਾਣ ਜਿਹੜੇ ਜੀਵ ਨੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੁੰਦੀ ਕਿ ਪਰਖ ਰਹੇ ਨੇ ਗੁਰੂ ਸਾਹਿਬ ਸਾਨੂੰ, ਜਾਂ ਸਾਡੀ ਬੁੱਧੀ ਨੂੰ ਦੇਖ ਰਹੇ ਨੇ। ਜਾਣ ਬੁੱਝ ਕੇ ਕਈ ਵਾਰ ਐਸੀਆਂ ਪਰਖਾਂ ਲੈ ਲੈਣੀਆਂ ਜਿਹੜੀਆਂ ਮਨੁੱਖੀ ਬੁੱਧੀ ਤੋਂ ਉੱਪਰ ਦੀਆਂ ਹੁੰਦੀਆਂ ਨੇ। ਜਿਵੇਂ ਬਾਬਾ ਸ਼੍ਰੀ ਚੰਦ ਜੀ ਨੂੰ ਲక్ష్ਮੀ ਦਾਸ ਜੀ ਨੂੰ ਕਿਹਾ ਕਿੱਕਰ ਹਿਲਾਓ, ਉਤੋਂ ਮਠਿਆਈਆਂ ਝੜਦੀਆਂ। ਇਹ ਨਹੀਂ ਝੜ ਸਕਦੀ, ਮਠਿਆਈਆਂ ਝੜਦੀਆਂ ਹੀ ਨਹੀਂ। ਕਿੱਕਰ ਤੋਂ ਮਠਿਆਈ ਨਹੀਂ ਝੜਦੀ ਹੁੰਦੀ ਕਦੇ ਵੀ, ਪਰ ਗੁਰੂ ਨਾਨਕ ਸਾਹਿਬ ਝਾੜ ਸਕਦੇ। ਗੁਰੂ ਨਾਨਕ ਸਾਹਿਬ ਦੀ ਨਿਗਾਹ ਹੋ ਜੇ, ਤੁਸੀਂ ਕਿੱਕਰ ਹਿਲਾਉਣ ਦੀ ਗੱਲ ਕਰਦੇ ਹੋ, ਉਹੀ ਵਰਖਾ ਹੋ ਸਕਦੀ, ਅਸਮਾਨ ਚੋਂ ਹੀ ਵਰਖਾ ਹੋ ਸਕਦੀ। ਉਸ ਵਕਤ ਬਾਬਾ ਲਹਿਣਾ ਜੀ ਨੇ 7 ਬਚਨ ਕਹਿ ਕੇ ਝਾੜੀ ਮਠਿਆਈ। ਔਰ ਅੱਜ ਦੇ ਲੋਕ ਉਹ ਗੱਲ ਨੂੰ ਮੰਨਦੇ ਨਹੀਂ, ਕਿਉਂਕਿ ਉਹ ਵਿਰੋਧੀ ਪੱਖ ਦੇ ਲੋਕ ਨੇ। ਉਹ ਗੁਰੂ ਨਾਨਕ ਸਾਹਿਬ ਦੀ ਤਾਕਤ ਨੂੰ ਹੀ ਛੱਡ ਦਿੰਦੇ ਨੇ। ਮਹਾਰਾਜ ਤਾਂ ਕੁਝ ਵੀ ਕਰ ਸਕਦੇ ਕਿਸੇ ਵਕਤ ਵੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਬਚਨ ਮੰਨਣਾ ਹੁੰਦਾ ਨਾ, ਇਹ ਗੱਲ ਵੱਡੀ ਹੁੰਦੀ। ਬਸ ਸਤਿਗੁਰੂ ਦੇ ਅੱਗੇ ਜਿਹੜਾ ਬੋਲਣਾ ਹੈ, ਆ ਜਿਵੇਂ ਲੋਕ ਹੁਣ ਬੜਬੜ ਕਰਕੇ ਬੋਲੀ ਜਾਂਦੇ ਨੇ, ਬੋਲੀ ਜਾਂਦੇ, ਹਟਦੇ ਹੀ ਨਹੀਂ। ਆਹ ਬਾਣੀ ਨਹੀਂ ਠੀਕ, ਉਹ ਨਹੀਂ ਠੀਕ, ਆਹ ਨਹੀਂ ਠੀਕ, ਆਹ ਮੈਂ ਵੀ ਜਿਉਣਾ ਤੇ ਤੁਸੀਂ ਵੀ ਜਿਉਂਦੇ ਹੋ। ਜਿੱਦਣ ਇਹ ਗੱਲ ਦੇ ਕੜਾਕੇ ਪਏ ਨਾ ਅਕਾਲ ਪੁਰਖ ਵੱਲੋਂ, ਜਿੱਦਣ ਸਜ਼ਾ ਮਿਲਣੀ ਹੈ, ਉਦਣ ਦੇਖਿਓ ਤਮਾਸ਼ਾ। ਫਿਰ ਮਹਾਰਾਜ ਚੁੱਪ ਨੇ, ਹਲੇ ਤੁਸੀਂ ਕਹਿੰਦੇ ਮਹਾਰਾਜ ਕੁਝ ਕਹਿੰਦੇ ਨਹੀਂ।
ਨਿਰੰਕਾਰ ਦਾ ਥੱਪੜ ਬਹੁਤ ਭੈੜਾ ਹੁੰਦਾ, ਜਿੱਦਣ ਵੱਜਦਾ ਨਾ ਫਿਰ ਉਲਟਾ ਕੇ ਐਸਾ ਸਿਰਦੇ ਲੱਭਦਾ ਹੀ ਨਹੀਂ ਬੰਦਾ ਕਿੱਧਰ ਨੂੰ ਗਿਆ। ਇਸ ਕਰਕੇ ਵੱਡੇ ਵੱਡੇ ਮਹਾਂਪੁਰਖ ਚੁੱਪ ਕਿਉਂ ਰਹੇ ਨੇ? ਹੁਣ ਤੱਕ ਨਹੀਂ ਸੀ ਬੋਲ ਸਕਦੇ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਇੰਨੇ ਹੁਣ ਤੱਕ ਬ੍ਰਹਮ ਗਿਆਨੀ ਪੰਥ ਵਿੱਚ ਹੋਏ ਨੇ, ਉਹ ਨਹੀਂ ਸੀ ਬੋਲ ਸਕਦੇ। ਕਿਉਂ ਨਹੀਂ ਬੋਲੇ? ਅਕਾਲੀ ਫੂਲਾ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਏਡੇ ਵੱਡੇ ਜਥੇਦਾਰ, 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉਦੋਂ ਨਹੀਂ ਕੋਈ ਬੋਲਿਆ। ਹੁਣ ਨਵੇਂ ਜੰਮ ਪਏ, ਸਾਰੇ ਨਵੀਆਂ ਹੀ ਗੱਲਾਂ ਕਰਨ ਲੱਗ ਪਏ, ਕਿਸੇ ਨੇ ਕਿੰਤੂ ਨਹੀਂ ਕੀਤਾ ਕਿਸੇ ਵੀ ਗੱਲ ਤੇ। ਇਸ ਕਰਕੇ ਜਿਹੜਾ ਛੇੜਖਾਨੀਆਂ ਕਰਨੀਆਂ ਮਰਿਆਦਾਵਾਂ ਦੇ ਨਾਲ ਜਾਂ ਬਹੁਤ ਪੁੱਠਾ ਸਿੱਧਾ ਬੋਲਣਾ, ਇਹ ਆਪਾਂ ਸਾਰੇ ਵਾਹਿਗੁਰੂ ਕਿਰਪਾ ਕਰੇ ਜਿਉਂਦੇ ਰਹੀਏ, ਆਪਾਂ ਆਪਣੀਆਂ ਅੱਖਾਂ ਨਾਲ ਦੇਖਾਂਗੇ, ਸਾਰਾ ਕੁਝ ਹੀ ਦੇਖਾਂਗੇ ਵੀ ਨਿਰੰਕਾਰ ਦੇ ਫੈਸਲੇ ਕੀ ਹੁੰਦੇ ਨੇ। ਅਦਲੀ ਹੋਏ ਬੈਠਾ ਪ੍ਰਭ ਆਪੇ, ਅਦਲੀ ਹੁੰਦਾ ਫੈਸਲਾ ਕਰਨ ਵਾਲਾ। ਅਜ਼ਲ ਤੇ ਫਜ਼ਲ ਦੋ ਚੀਜ਼ਾਂ ਹੁੰਦੀਆਂ ਨੇ। ਜਿਨ੍ਹਾਂ ਨੇ ਪ੍ਰਮਾਤਮਾ ਤੋਂ ਫਜ਼ਲ ਮੰਗਿਆ, ਕਿਰਪਾ ਮੰਗੀ ਆ, ਉਹਨਾਂ ਤੇ ਕਿਰਪਾ ਹੋਈ। ਜਿਨ੍ਹਾਂ ਨੇ ਅਜ਼ਲ ਮੰਗਿਆ ਉਹਨਾਂ ਨੂੰ ਅਜ਼ਲ ਮਿਲਿਆ, ਨਿਆਂ। ਜਿਵੇਂ ਕੋਈ ਬੰਦਾ ਬਹੁਤ ਤਪਸਵੀ ਚੜ੍ਹਾਈ ਕਰ ਗਿਆ, ਅਕਾਲ ਪੁਰਖ ਦੇ ਕੋਲ ਗਿਆ, ਕਹਿੰਦਾ ਮੇਰਾ ਨਿਆਂ ਕਰੋ, ਮੈਂ ਇੰਨਾ ਚਿਰ ਤਪੱਸਿਆ ਕੀਤੀ ਹੈ। ਕਹਿੰਦੇ ਕਿੰਨਾ? 90 ਸਾਲ ਜਾਂ ਕੁਝ ਸਾਲ ਉਹਨੇ ਕਹੇ ਤੇ ਮੰਨ ਲਓ। ਕਹਿੰਦੇ ਫੇਰ ਕਿੱਥੇ ਕੀਤੀ? ਕਹਿੰਦੇ ਉਹ ਫਲਾਣੇ ਥਾਂ ਇੱਕ ਸਿਲਾ ਦੇ ਉੱਤੇ ਬੈਠਾ, ਇੰਨੇ ਸਾਲ ਮੈਂ। ਹੁਣ ਪਰਮਾਤਮਾ ਕਹਿੰਦੇ ਤੂੰ ਮੰਗਦਾ ਨਿਆਂ? ਨਿਆਂ ਤਾਂ ਇਹ ਕਹਿੰਦਾ ਕਿ ਪੱਥਰ ਵੀ ਇੱਕ ਜੂਨੀ ਹੈ, ਤੂੰ 90 ਸਾਲ ਪੱਥਰ ਦੇ ਉੱਤੇ ਬਹਿ ਕੇ ਕਰਕੇ ਆਇਆ ਤਪੱਸਿਆ। ਨਿਆਂ ਕਹਿੰਦਾ 90 ਸਾਲ ਪੱਥਰ ਨੂੰ ਸਿਰ ਤੇ ਰੱਖ। ਨਿਆਂ ਤਾਂ ਇਹ ਕਹਿੰਦਾ। ਕੋਲ ਕੋਈ ਮਹਾਂਪੁਰਸ਼ ਖੜੇ ਹੋਰ, ਉਹ ਕਹਿੰਦੇ ਭਾਈ ਪਰਮਾਤਮਾ ਤੋਂ ਨਿਆਂ ਨਹੀਂ ਮੰਗੀਦਾ, ਪਰਮਾਤਮਾ ਤੋਂ ਮੰਗੀ ਦੀ ਕਿਰਪਾ। ਅਜ਼ਲ ਮੰਗ ਤੋ ਪਰਮਾਤਮਾ ਤੋਂ ਫਜ਼ਲ ਮੰਗ, ਅਜਲ ਨਾ ਮੰਗ। ਫਜ਼ਲ ਹੁੰਦੀ ਕਿਰਪਾ ਕਰਨੀ। ਇਸ ਕਰਕੇ ਪਰਮਾਤਮਾ ਨਾਲੋਂ ਕੋਈ ਲੋਕ ਹੁਣ ਵੱਡੇ ਬਣ ਗਏ, ਰੱਬ ਤੋਂ ਵੀ, ਗੁਰੂ ਤੋਂ ਵੀ, ਬ੍ਰਹਮ ਗਿਆਨੀਆਂ ਤੋਂ ਵੀ ਵੱਡੇ ਬਣ ਗਏ ਸਾਰੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਤੀਜੇ ਪਾਤਸ਼ਾਹ ਕਹਿੰਦੇ ਨੇ ਆਗਿਆਕਾਰੀ ਸਤਿਗੁਰੂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਗਿਆ ਮੰਨੀ, ਗੁਰੂ ਅਮਰਦਾਸ ਮਹਾਰਾਜ ਨੇ ਆਗਿਆ ਮੰਨੀ। ਗੁਰੂ ਅਮਰਦਾਸ ਮਹਾਰਾਜ ਦੀ ਤਾਂ ਤੁਰਿਆਂ ਜਾਂਦਿਆਂ ਗੁਰੂ ਅੰਗਦ ਦੇਵ ਜੀ ਤੋਂ ਬਾਂਹ ਹੀ ਅੱਗੇ ਲੰਘੀ ਸੀ, ਸਿਰਫ ਬਾਂਹ। ਉਹ ਬਾਂਹ ਤੋਂ ਹੀ ਕੰਮ ਨਹੀਂ ਲਿਆ ਮੁੜ ਕੇ, ਕਹਿੰਦੇ ਤੂੰ ਗੁਰੂ ਤੋਂ ਅੱਗੇ ਕਿਉਂ ਲੰਘੀ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਬਾਝੋਂ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ। ਗੁਰਾਂ ਤੋਂ ਬਿਨਾਂ ਸਾਰੀ ਦੁਨੀਆ ਅਗਿਆਨੀ ਹੋ ਰਹੀ ਹੈ। ਇਸ ਕਰਕੇ ਜਮਦੂਤਾਂ ਨੇ ਬੰਨੀ ਹੋਈ। ਕੁਛ ਕੁ ਜਨਕ ਰਾਜੇ ਨੇ ਜਦੋਂ ਨਰਕ ਖਾਲੀ ਕੀਤੇ ਸੀ, ਧਰਮ ਰਾਜੇ ਨੇ ਉਦੋਂ ਇਹ ਮੰਗ ਕਰ ਲਈ ਹੋਣੀ ਵੀ ਕੁਝ ਬੰਦੇ ਤਾਂ ਪੱਕੇ ਹੀ ਰਹਿਣ ਦਿਆ ਕਰੋ ਮੇਰੇ ਕੋਲੇ, ਜੇ ਜਨਕ ਰਾਜੇ ਵਰਗਾ ਆ ਵੀ ਜਾਵੇ ਨਾ ਖਾਲੀ ਹੋ ਜਾਣ। ਹੁਣ ਪੱਕਿਆਂ ਦਾ ਇੰਤਜ਼ਾਮ ਤਾਂ ਹੀ ਹੋਣਾ। ਜਿਹੜੇ ਹੁਣ ਨਿੰਦਕ ਲੋਕ ਨੇ ਬਹੁਤ ਸਾਰੀਆਂ ਗੱਲਾਂ ਕਰੀ ਜਾਂਦੇ ਨੇ, ਕਿੰਤੂ ਪਰੰਤੂ ਕਰੀ ਜਾਂਦੇ ਬਾਣੀਆਂ ਪਈ, ਉਹ ਪੱਕੇ ਹੀ ਬਿਠਾਉਣੇ ਨੇ, ਹੁਣ ਕੱਢਣੇ ਹੀ ਨਹੀਂ ਨਰਕਾਂ ਚੋਂ। ਸਦਾ ਵਾਸਤੇ ਧਰਮਰਾਜ ਨੂੰ ਦੇ ਦੇਣੇ ਵੀ ਇਹ ਬਿਠਾ ਕੇ ਰੱਖ ਆਪਣੇ ਕੋਲੇ। ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸੰਭਾਲ। ਸਤਿਗੁਰੂ ਕਹਿੰਦੇ ਜਿਹੜੇ ਗੁਰਮਤੀਏ ਸੱਚੇ ਨਾਮ ਨੂੰ ਯਾਦ ਕਰਦੇ ਨੇ, ਜਮਾਂ ਤੋਂ ਬਚ ਗਏ ਨੇ। ਮਨੁੱਖ ਦਾ ਕੰਮ ਕਿੰਤੂ ਕਰਨਾ ਨਹੀਂ ਸੀ। ਮਨੁੱਖ ਦਾ ਕੰਮ ਤਾਂ ਸੀ ਗੁਰੂ ਦੀ ਮੱਤ ਲੈ ਕੇ, ਅੰਮ੍ਰਿਤ ਛਕ ਕੇ, ਗੁਰੂ ਵਾਲੇ ਬਣ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਇੱਕ ਬੰਦੇ ਦੀ ਕੋਈ ਰਹਿਤ ਨਹੀਂ, ਬਹਿਤ ਨਹੀਂ, ਕੋਈ ਨਾਮ ਨਹੀਂ, ਕੋਈ ਅਭਿਆਸ ਨਹੀਂ। ਹੁਣੇ ਹੀ ਉੱਠਿਆ, ਉੱਠ ਕੇ ਰੌਲਾ ਪਾਉਣ ਲੱਗ ਗਿਆ। ਸਿਆਣੇ ਬੰਦੇ ਰੌਲਾ ਨਹੀਂ ਪਾਉਂਦੇ, ਗੁਰਮੁਖ ਨਹੀਂ ਰੌਲਾ ਪਾਉਂਦੇ, ਸ਼ਰਧਾ ਵਾਲੇ ਰੌਲਾ ਨਹੀਂ ਪਾਉਂਦੇ, ਗੁਰਮਤੀਏ ਨਹੀਂ ਰੌਲਾ ਪਾਉਂਦੇ। ਮਹਾਰਾਜ ਕਹਿੰਦੇ ਇਹ ਰੌਲਾ 100 ਸਾਖੀ 'ਚ ਲਿਖਿਆ, ਰੌਲੇ ਕੇ ਸਿੱਖ ਹੋਣਗੇ। ਕਹਿੰਦੇ ਮੇਰੇ ਇਹੋ ਜਿਹੇ ਵੀ ਸਿੱਖ ਹੋਣਗੇ, ਉਹ ਰੌਲਾ ਹੀ ਪਾਇਆ ਕਰਨਗੇ ਬਸ, ਉਹ ਦੂਜਾ ਕੰਮ ਨਹੀਂ ਕਰਦੇ। ਕੋਈ ਬਾਣੀ ਨਹੀਂ ਪੜ੍ਹਨਗੇ, ਨਿਤਨੇਮੀ ਨਹੀਂ ਹੋਣਗੇ, ਉਹ ਅਭਿਆਸੀ ਨਹੀਂ ਹੋਣਗੇ, ਪ੍ਰੇਮੀ ਨਹੀਂ ਹੋਣਗੇ। ਜੇ ਤੁਸੀਂ ਅਭਿਆਸੀ ਹੋ ਤਾਂ ਫਿਰ ਅੰਦਰ ਆਪ ਹੀ ਦੇਖ ਲਓ, ਤੀਜੀ ਨੇਤਰ ਖੋਲ ਕੇ ਤੀਜਾ ਦੇਖ ਲਓ ਤਾਂ ਸਾਰਾ ਕੁਝ। ਸੰਗਤ ਨੂੰ ਕਿਉਂ ਗੁੰਮਰਾਹ ਕਰਦੇ ਹੋ? ਇਸ ਕਰਕੇ ਸੰਗਤ ਨੂੰ ਤਾਂ ਸੁਚੇਤ ਹੀ ਰਹਿਣਾ ਚਾਹੀਦਾ। ਆਪਾਂ ਨੇ ਨਾ ਇੱਧਰਲੀ ਸੁਣਨੀ ਨਾ ਉੱਧਰਲੀ। ਮਹਾਰਾਜ ਕਹਿੰਦੇ ਮੇਰੇ ਮਨ ਤਾਜ ਹਉਮੈ ਨਿੰਦਾ ਅਹੰਕਾਰ, ਇਹ ਸਾਰਾ ਕੁਝ ਛੱਡ ਦੇ।
ਆਪਾਂ ਤੇ ਸੰਗਤ ਨੇ ਸਿਰਫ ਨਾਮ ਜਪਣਾ ਹੈ, बस अभ्यास करना है, नितनेम करना है, कुरैतां तो बचना है, रहत रखनी है, गुरु ग्रंथ साहिब की सेवा करनी है, विश्वास करना महाराज जी ते। सतगुरु सच्चे पातशाह जिवें करते ने वो सब ठीक है, जो कीता सो ठीक है, जो अगे नूं करेगा सो ठीक होवेगा।